Like the video, subscribe to the channel and press the bell icon for latest video updates. हर फाइल मंत्री को जाके एंड तो ईज ऑफ डूइंग बिजनेस की होगा जद हर काम मंत्री ने करना है। जो म्युनिसिपल कारपोरेशन का कमिश्नर ला दिता वो फैसले नहीं कर सकता। हर काम गवर्नमेंट को जाऊगा, मंत्री खुद फैसले करूगा। ਤੁਸੀਂ ਜੇ ਐਨਓਸੀ ਲੈਣੀ ਆ ਉਹ ਵੀ ਮੰਤਰੀ ਕੋਲ ਜਾਂਦੀ ਹੈ। ਜੇ ਤੁਸੀਂ ਸੀਐਲਯੂ ਲੈਣਾ ਉਹ ਵੀ ਮੰਤਰੀ ਕੋਲ ਜਾਂਦਾ। ਤੁਸੀਂ ਐਨਓਸੀ ਲੈਣੀ ਹੈ ਸਕੂਲ ਖੋਲਣ ਲਈ ਉਹ ਵੀ ਮੰਤਰੀ ਕੋਲ ਜਾਂਦੀ ਹੈ। ਬੜਾ ਅਨਫੋਰਚੂਨੇਟ ਜਿਹਾ ਸਿਸਟਮ ਹੈ ਐਡਮਿਨਿਸਟ੍ਰੇਸ਼ਨ ਦਾ, ਜਦ ਕਿ ਮੰਤਰੀ ਦਾ ਰੋਲ ਤਾਂ ਹੋਣਾ ਚਾਹੀਦਾ ਸਿਰਫ ਪਾਲਿਸੀ ਮੇਕਿੰਗ ਐਂਡ ਸੁਪਰਵਾਈਜ਼ਿੰਗ ਇੰਪਲੀਮੈਂਟੇਸ਼ਨ। ਹੁਣ ਜੇ ਛੋਟੇ ਛੋਟੇ ਕੰਮਾਂ ਦੇ ਵਿੱਚ ਵੀ ਮੰਤਰੀ ਦਾ ਦਖਲ ਹੋਊਗਾ ਤੇ ਫਿਰ ਕਰਪਸ਼ਨ ਤਾਂ ਵੱਧਣੀ ਹੈ। ਕਰਪਸ਼ਨ ਬੰਦ ਕਰਨੀ ਬਹੁਤ ਸੌਖੀ ਹੈ, ਔਖੀ ਨਹੀਂ, ਪਰ ਇੱਛਾ ਤਾਂ ਚਾਹੀਦੀ ਹੈ। ਜੇ ਮੰਤਰੀ ਬਦਲੀਆਂ ਕਰਦਾ ਹੈ ਤਹਿਸੀਲਦਾਰਾਂ ਦੀਆਂ, ਮੁੱਖ ਮੰਤਰੀ ਨੂੰ ਇਹ ਕਹਿ ਕੇ ਕੱਟਣੀਆਂ ਪੈਂਦੀਆਂ ਕਿ ਕਿਸੇ ਵੈਸਟਡ ਇੰਟਰਸਟ ਨਾਲ ਹੋਈਆਂ। ਪਹਿਲਾਂ ਇਸੇ ਤਰ੍ਹਾਂ ਫੋਰੈਸਟ ਡਿਪਾਰਟਮੈਂਟ ਦੀਆਂ ਮੁੱਖ ਮੰਤਰੀ ਜੀ ਨੇ ਕੀਤੀਆਂ ਸੀਗੀਆਂ ਕੈਂਸਲ। ਇਹ ਬਹੁਤ ਅਜੀਬ ਜਿਹਾ। ਤੁਸੀਂ ਦੇਖੋ ਕਿੰਨਾ ਰੌਲਾ ਪਿਆ, ਕਿੰਨਾ ਰਾਸ਼ਨ ਖਾਦਾ ਹੀ ਚਲੇ ਗਿਆ, ਉਹਦੀ ਇਨਕੁਆਇਰੀ ਕੋਈ ਨਹੀਂ, ਕੋਈ ਪੁੱਛਦਾ ਹੀ ਕੋਈ ਨਹੀਂ। ਦਰਸ਼ਕੋ, ਪੰਜਾਬ ਦੀ ਕਿਸੇ ਜ਼ਮਾਨੇ ਜੀਡੀਪੀ ਪੂਰੇ ਇੰਡੀਆ ਵਿੱਚ ਨੰਬਰ 1 ਤੇ ਹੋਇਆ ਕਰਦੀ ਸੀ, ਫਿਰ ਹੌਲੀ ਕਰਦੇ 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 ਥੱਲੇ ਆ ਗਈ। ਹੁਣ ਰੀਸੈਂਟਲੀ ਜਿਹੜਾ ਸਰਵੇ ਹੋਇਆ ਹੈਗਾ, ਮਤਲਬ ਜੇ ਕਿਸੇ ਨੇ ਕੋਈ ਇੰਡਸਟਰੀ ਲਾਉਣੀ ਜਾਂ ਕੋਈ ਟ੍ਰੇਡਿੰਗ ਕਰਨੀ ਹੈਗੀ, ਕੋਈ ਵਪਾਰ ਕਰਨਾ ਹੈਗਾ, ਉਸ ਇੰਡੈਕਸ ਵਿੱਚ ਵਪਾਰਕ ਸੌਖ ਜਿਹਨੂੰ ਕਹਿੰਦੇ ਹੈਗੇ ਆ, ਉਹਦੇ ਵਿੱਚ ਅਸੀਂ 19ਵੇਂ ਨੰਬਰ ਤੇ ਹੈਗੇ ਆ। ਸਾਡੇ ਨਾਲ ਜਿਹੜੇ ਦੂਜੇ ਸਾਡੇ ਗੁਆਂਢੀ ਸੂਬੇ ਆ ਉਹ ਉੱਪਰ ਹੈਗੇ ਆ। ਇਹ ਇੱਕ ਬਹੁਤ ਚਿੰਤਾ ਦਾ ਵਿਸ਼ਾ ਹੈਗਾ। ਇਨਵੈਸਟਮੈਂਟ ਕਿਵੇਂ ਆਏਗੀ? ਵੈਸੇ ਤਾਂ ਕਰੋਨਾ ਨੇ ਪਹਿਲਾਂ ਬੁਰਾ ਹਾਲ ਕੀਤਾ ਹੈਗਾ। ਕੈਪਟਨ ਅਮਰਿੰਦਰ ਜੀ ਕਹਿੰਦੇ ਅਗਲੇ ਸਾਲ ਮੈਂ ਉੱਪਰਲੇ 5 ਵਿੱਚ ਲੈ ਕੇ ਆਵਾਂਗਾ। ਇਹ ਪੋਸੀਬਲ ਆ ਕਿ ਜਾਂ 5 ਨੰਬਰ ਹੋਰ ਅਸੀਂ ਥੱਲੇ ਚੱਲ ਜਾਵਾਂਗੇ? ਇਸ ਬਾਰੇ ਅਸੀਂ ਡਿਟੇਲ ਵਿੱਚ ਡਿਸਕਸ ਕਰਾਂਗੇ ਕੀ ਰੀਜ਼ਨ ਹੈਗੇ ਆ ਉੱਪਰ ਥੱਲੇ ਜਾਣੇ ਦਾ। ਸਾਡੇ ਨਾਲ ਲੁਧਿਆਣਾ ਤੋਂ ਆਨਲਾਈਨ ਜੁੜੇ ਨੇ ਸ਼੍ਰੀ ਹਰੀਸ਼ ਰਾਏ ਢਾਂਡਾ ਜੀ, ਜੋ ਕਿ ਰਿਪਿਊਟਡ ਪੋਲੀਟੀਸ਼ੀਅਨ ਹੈਗੇ ਆ, ਐਮਐਲਏ ਹੈਗੇ ਆ, ਪੰਜਾਬ ਐਂਡ ਹਰਿਆਣਾ ਬਾਰ ਕੌਂਸਲ ਦੇ ਚੇਅਰਮੈਨ ਵੀ ਰਹੇ ਹੈਗੇ, ਮੌਜੂਦਾ ਮੈਂਬਰ ਹੈਗੇ। ਢਾਂਡਾ ਸਾਹਿਬ, ਸਾਡੇ ਪ੍ਰੋਗਰਾਮ ਵਿੱਚ ਬਹੁਤ ਬਹੁਤ ਸਵਾਗਤ ਹੈ। ਥੈਂਕ ਯੂ ਸਰ। ਜਿਹੜਾ ਇਹ 19ਵੇਂ ਨੰਬਰ ਤੇ ਆਇਆ, ਵੈਸੇ ਤਾਂ ਸਾਡਾ ਪੰਜਾਬ ਵੀ ਪਤਾ ਨਹੀਂ ਕੀ ਬਦਕਿਸਮਤੀ ਥੱਲੇ 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 ਹਰ ਪਾਸੇ ਜਾ ਰਹੇ ਹੈਗੇ, ਕਦੀ ਸਕੈਮ, ਕਦੀ ਕੁਛ, ਕਦੀ ਹੋਰ। ਇਹਦੇ ਵਿੱਚ ਕੀ ਕੀ ਪੈਰਾਮੀਟਰ ਦੇਖੇ ਜਾਂਦੇ ਹੈਗੇ? ਕਿਉਂ ਲਗਾਤਾਰ ਸਟੇਟ ਥੱਲੇ ਜਾ ਰਹੀ ਹੈਗੀ? ਇਹ ਮਲਟੀਪਲ ਪੈਰਾਮੀਟਰ ਹੈ ਜੀ। ਇਹ ਗਵਰਨਮੈਂਟ ਆਫ ਇੰਡੀਆ ਨੇ ਜਿਹਦੇ ਵਿੱਚ ਪ੍ਰੋਸੈਸ ਟਾਈਮ ਐਪਲੀਕੇਸ਼ਨਾਂ ਦਾ, ਪ੍ਰੋਸੈਸ ਟਾਈਮ ਬਿਜਲੀ ਦੇ ਕਨੈਕਸ਼ਨ ਮਿਲਣ ਦਾ, ਪ੍ਰੋਸੈਸ ਟਾਈਮ ਲਾਇਸੈਂਸਿਸ ਵੇਰੀਅਸ ਮਿਲਣ ਦਾ, ਪ੍ਰੋਸੈਸ ਟਾਈਮ ਇੰਡਸਟਰੀ ਨੂੰ ਕਲੀਅਰੈਂਸ ਦੇਣ ਦਾ, ਇਹ ਆਲ ਸਾਰਿਆਂ ਨੂੰ ਰਲ ਕੇ ਇਹਦੀ ਇਵੈਲੂਏਸ਼ਨ ਹੁੰਦੀ ਹੈ। ਇਹ ਵਨ ਟਾਈਮ ਤੇ ਈਜ਼ ਆਫ ਬਿਜ਼ਨਸ ਦੇ ਵਿੱਚ ਪੰਜਾਬ ਅੱਜ ਤੋਂ 7-8 ਸਾਲ ਪਹਿਲਾਂ ਨੰਬਰ 2 ਤੇ ਸੀ, ਨੰਬਰ 1 ਤੇ ਵੀ ਰਿਹਾ। ਐਂਡ ਇਹ ਪਿਛਲੇ 4-5 ਸਾਲਾਂ ਦੇ ਵਿੱਚ ਸਲਿਪ ਕੀਤਾ ਜਿਹੜਾ ਇੱਥੇ ਪਹੁੰਚਿਆ। ਤੇ ਕੈਪਟਨ ਸਾਹਿਬ ਦਾ ਕਮੈਂਟ ਕਿ ਮੈਂ ਇਹਨੂੰ 6 ਮਹੀਨੇ ਦੇ ਵਿੱਚ ਇਹ ਹਾਸੇ ਵਿੱਚ ਅਨਫੋਰਚੂਨੇਟ ਹੈ। ਜੇ ਤਾਂ ਕੈਪਟਨ ਸਾਹਿਬ ਇਹ ਕਹਿੰਦੇ ਕਿ ਪਿਛਲੇ ਜਿਹੜਾ ਇਹਨਾਂ ਦਾ ਟੈਨਿਓਰ ਲੰਘੀ ਹੈ ਤਕਰੀਬਨ 3.5 ਸਾਲ ਦੀ, ਉਹਦੇ 'ਚ ਕੀ ਕਤਾਈਆਂ ਰਹਿ ਗਈਆਂ, ਉਹਨੂੰ ਬਿਆਨ ਕਰਦੇ ਫਿਰ ਤਾਂ ਸਮਝ ਆਉਂਦਾ ਹੈ। ਮੀਅਰਲੀ ਇੱਕ ਪੋਲੀਟੀਕਲ ਕੰਜ਼ੰਪਸ਼ਨ ਲਈ ਸਟੇਟਮੈਂਟ ਦੇ ਦੇਣੀ ਨਾਲ ਨਹੀਂ ਗੱਲ ਬਣਨਾ। ਪੰਜਾਬ ਦੀ ਐਡਮਿਨਿਸਟ੍ਰੇਸ਼ਨ ਬਹੁਤ ਪੂਅਰ ਹੈ, ਇਹ ਐਕਸੈਪਟ ਕਰਨਾ ਪਊਗਾ। ਹਾਂਜੀ ਹਾਂਜੀ, ਇੱਕ ਆਪਾਂ ਟਰਨ ਬਾਈ ਟਰਨ ਸਾਰੇ ਪੁਆਇੰਟ ਲੈਣੇ। ਮੇਰੇ ਖਿਆਲ 2-2.5-3 ਸਾਲ ਪਹਿਲਾਂ ਮੈਂ ਫਗਵਾੜੇ ਗਿਆ ਕਿਸੇ ਦੋਸਤ ਕੋਲ। ਉਹ ਕਹਿੰਦਾ ਜੀ ਮੇਰੇ ਦੋਸਤ ਨੇ ਆਈਸਕ੍ਰੀਮ ਦੀ ਇੱਕ ਫੈਕਟਰੀ ਖੋਲੀ ਹੈਗੀ ਆ, ਉਹਦੀ ਆਈਸਕ੍ਰੀਮ ਬੜੀ ਵਧੀਆ ਆ, ਉਹ ਫੈਕਟਰੀ ਤੁਹਾਨੂੰ ਵਿਜ਼ਿਟ ਕਰਾਉਣਾ ਹੈਗਾ। ਮੈਂ ਗਿਆ, ਖੈਰ ਆਈਸਕ੍ਰੀਮ ਤਾਂ ਬਹੁਤ ਵਧੀਆ ਸੀ, ਜੰਮੂ ਕਸ਼ਮੀਰ ਵੱਲ ਸਪਲਾਈ ਹੁੰਦੀ ਸੀ। ਮੈਂ ਕਿਹਾ ਸੁਣਾਓ ਬਿਜ਼ਨਸ ਦਾ ਕੀ ਹਾਲ? ਕਹਿੰਦਾ ਜੀ ਮੈਂ ਤਾਂ ਫਸ ਗਿਆ ਜੀ। ਕਹਿੰਦਾ ਜੀ ਵੀ ਰੋਜ਼ ਹੀ ਕੋਈ ਕੁਛ ਆ ਜਾਂਦਾ। ਕਹਿੰਦਾ ਜੀ ਮੈਂ 500 ਤੋਂ 1000 ਰੁਪਏ ਰੱਖੇ ਹੋਏ ਹੈਗੇ, ਜਿਹੜਾ ਆਉਂਦਾ ਮੈਂ ਗੱਲ ਹੀ ਨਹੀਂ ਕਰਦਾ, ਉਹਨਾਂ ਨੂੰ ਫੜਾਉਣਾ ਹੈਗਾ। ਤੇ ਕਹਿੰਦਾ ਜੀ ਵੀ ਉਹ ਵੀ ਤੁਸੀਂ ਮੁੜ ਕੇ ਚਲ ਜਾਓ, ਕੋਈ 500 ਰੁਪਇਆ ਲੈ ਕੇ ਚਲ ਜਾਂਦਾ, ਕੋਈ 1000 ਰੁਪਇਆ। ਇਹ ਜਿਹੜਾ ਇਦਾਂ ਦਾ ਕਰਪਸ਼ਨ ਦਾ ਕਲਚਰ ਆ, ਇਹ ਸਟੇਟ ਵਿੱਚੋਂ ਖਤਮ ਹੋ ਪਾਏਗਾ ਕਿ ਜਾਂ ਕੀ ਆ? ਜਿਹੜਾ ਇੰਸਪੈਕਟਰੀ ਰਾਜ ਹੈਗਾ ਕਦੋਂ ਮੁਕਤੀ ਹੋਏਗੀ? ਜਿਹਨੇ ਕੋਈ ਉਹ ਕਰਨੀ, ਪਹਿਲਾਂ ਇੰਸਪੈਕਟਰੀ ਰਾਜ, ਮੋਦੀ ਸਾਹਿਬ ਕਹਿੰਦੇ ਆ ਵੀ ਇੰਸਪੈਕਟਰੀ ਰਾਜ ਤੋਂ ਮੁਕਤ ਕਰਨਾ, ਗੱਲਾਂ ਹੀ ਕਰਦੇ, ਕੁਝ ਕੀਤਾ ਕੁੱਤਾ ਤਾਂ ਹੈ ਨਹੀਂ ਅਜੇ ਤਾਈਂ ਉਹਨਾਂ ਨੇ। ਸਿਚੁਏਸ਼ਨ ਐਡਮਿਨਿਸਟ੍ਰੇਸ਼ਨ ਦੀ ਕਿ ਪਹਿਲਾਂ
सबक है हाँ जी, एडमिनिस्ट्रेशन का कि पावर डिसेंट्रलाइज होनी चाहिए। हाँ जी, ਪਾਵਰ ਇੱਕ ਜਗ੍ਹਾ ਤੇ ਸੈਂਟਰਲਾਈਜ਼ ਕਰ ਲਓਗੇ ਤਾਂ ਫਿਰ ਇਹ ਕਰਪਸ਼ਨ ਦੇ ਮਾਹੌਲ ਸ਼ੁਰੂ ਹੋ ਜਾਂਦੇ। हाँ जी, ਹੁਣ ਕੀ ਹੈ, ਪੰਜਾਬ ਸਰਕਾਰ ਕੀ ਬੜੀਆਂ ਸਰਕਾਰਾਂ 'ਚ ਇਹੀ ਹਾਲ ਹੈ ਕਿ ਜਿਹੜਾ ਬਿਜ਼ਨਸ ਰੂਲਸ ਹੈ ਹਰ ਫਾਈਲ ਮੰਤਰੀ ਕੋਲ ਜਾ ਕੇ ਐਂਡ ਹੋਣੀ। ਉਹ ਈਜ਼ ਆਫ ਡੂਇੰਗ ਬਿਜ਼ਨਸ ਕੀ ਹੋਊਗਾ ਜਦ ਹਰ ਕੰਮ ਮੰਤਰੀ ਨੇ ਕਰਨਾ ਹੈ। ਜੇ ਮਿਊਨਿਸਪਲ ਕਾਰਪੋਰੇਸ਼ਨ ਦਾ ਅਸੀਂ ਕਮਿਸ਼ਨਰ ਲਾ ਦਿੱਤਾ, ਉਹ ਫੈਸਲੇ ਨਹੀਂ ਕਰ ਸਕਦਾ। ਹਰ ਕੰਮ ਗਵਰਨਮੈਂਟ ਕੋਲ ਜਾਊਗਾ, ਮੰਤਰੀ ਖੁਦ ਫੈਸਲੇ ਕਰੂਗਾ। ਤੁਸੀਂ ਜੇ ਐਨਓਸੀ ਲੈਣੀ ਹੈ ਉਹ ਵੀ ਮੰਤਰੀ ਕੋਲ ਜਾਂਦੀ ਹੈ। ਜੇ ਤੁਸੀਂ ਸੀਐਲਯੂ ਲੈਣਾ ਉਹ ਵੀ ਮੰਤਰੀ ਕੋਲ ਜਾਂਦਾ। ਤੁਸੀਂ ਐਨਓਸੀ ਲੈਣੀ ਹੈ ਸਕੂਲ ਖੋਲਣ ਲਈ, ਉਹ ਵੀ ਮੰਤਰੀ ਕੋਲ ਜਾਂਦੀ ਹੈ। ਬੜਾ ਅਨਫੋਰਚੂਨੇਟ ਜਿਹਾ ਸਿਸਟਮ ਹੈ ਐਡਮਿਨਿਸਟ੍ਰੇਸ਼ਨ ਦਾ, ਜਦ ਕਿ ਮੰਤਰੀ ਦਾ ਰੋਲ ਤਾਂ ਹੋਣਾ ਚਾਹੀਦਾ ਸਿਰਫ ਪਾਲਿਸੀ ਮੇਕਿੰਗ ਐਂਡ ਸੁਪਰਵਾਈਜ਼ਿੰਗ ਇੰਪਲੀਮੈਂਟੇਸ਼ਨ। ਹੁਣ ਜੇ ਛੋਟੇ ਛੋਟੇ ਕੰਮਾਂ ਦੇ ਵਿੱਚ ਵੀ ਮੰਤਰੀ ਦਾ ਦਖਲ ਹੋਊਗਾ ਤੇ ਫਿਰ ਕਰਪਸ਼ਨ ਤਾਂ ਵੱਧਣੀ ਹੈ। ਕਰਪਸ਼ਨ ਬੰਦ ਕਰਨੀ ਬਹੁਤ ਸੌਖੀ ਹੈ, ਔਖੀ ਨਹੀਂ, ਪਰ ਇੱਛਾ ਤਾਂ ਚਾਹੀਦੀ ਹੈ। ਜੇ ਮੰਤਰੀ ਬਦਲੀਆਂ ਕਰਦਾ ਹੈ ਤਹਿਸੀਲਦਾਰਾਂ ਦੀਆਂ, ਮੁੱਖ ਮੰਤਰੀ ਨੂੰ ਇਹ ਕਹਿ ਕੇ ਕੱਟਣੀਆਂ ਪੈਂਦੀਆਂ ਕਿ ਕਿਸੇ ਵੈਸਟਡ ਇੰਟਰਸਟ ਨਾਲ ਹੋਈਆਂ। ਪਹਿਲਾਂ ਇਸੇ ਤਰ੍ਹਾਂ ਫੋਰੈਸਟ ਡਿਪਾਰਟਮੈਂਟ ਦੀਆਂ ਮੁੱਖ ਮੰਤਰੀ ਜੀ ਨੇ ਕੀਤੀਆਂ ਸੀਗੀਆਂ ਕੈਂਸਲ। ਇਹ ਬਹੁਤ ਅਜੀਬ ਜਿਹਾ। ਤੁਸੀਂ ਦੇਖੋ ਕਿੰਨਾ ਰੌਲਾ ਪਿਆ, ਕਿੰਨਾ ਰਾਸ਼ਨ ਖਾਧਾ ਹੀ ਚਲੇ ਗਿਆ, ਉਹਦੀ ਇਨਕੁਆਇਰੀ ਕੋਈ ਨਹੀਂ, ਕੋਈ ਪੁੱਛਦਾ ਹੀ ਕੋਈ ਨਹੀਂ। ਹੁਣ ਤਾਂ ਇਹੋ ਜਿਹਾ ਵੀ ਇੱਥੇ ਸਕੂਲ ਦੇ ਵਿੱਚੋਂ ਇੱਕ ਪੋਲੀਟੀਕਲ ਬੰਦਾ ਕਾਉਂਸਲਰ ਦੇ ਹਸਬੈਂਡ ਕੋਲੋਂ ਕਈ ਹਜ਼ਾਰ ਬੈਗ ਮਿਲੇ ਗਵਰਨਮੈਂਟ ਦੇ। ਜਦ ਤੁਸੀਂ ਆਪ ਹੀ ਲਗਾਮਾਂ ਢਿੱਲੀਆਂ ਛੱਡ ਦਿੰਦੇ ਹੋ, ਤੁਸੀਂ ਆਪ ਡੈਲਿਊਟ ਹੋ ਜਾਓਗੇ, ਤਾਂ ਤੁਸੀਂ ਨੀਚਲਿਆਂ ਤੋਂ ਕਿਵੇਂ ਲਓਗੇ ਰਿਪੋਰਟਸ, ਪਰਫੈਕਟ ਰਿਪੋਰਟਸ? ਹਾਂਜੀ, ਹਾਂਜੀ। ਹੁਣ ਦੇਖੋ ਤੁਸੀਂ ਚੌਕਸੀ ਵਿਭਾਗ ਨੇ ਕੇਸ ਰਜਿਸਟਰ ਕਰਤੇ ਐਕਸਾਈਜ਼ ਡਿਪਾਰਟਮੈਂਟ ਤੇ, ਐਕਸਾਈਜ਼ ਡਿਪਾਰਟਮੈਂਟ ਵਾਲਿਆਂ ਨੇ ਸਟ੍ਰਾਈਕ ਕਰਤੀ। ਹੁਣ ਉਹ ਫੈਸਲਾ ਕਰ ਕਿ ਜਿਹੜਾ ਇਹਨਾਂ ਦਾ ਮੁਖੀ ਹੈ ਐਕਸਾਈਜ਼ ਦਾ, ਉਸੇ ਬਿਨਾਂ ਬਿਜ਼ਨਸ ਨਹੀਂ ਫੜੂਗੀ। ਇਹ ਵਜ੍ਹਾ ਇਹ ਕਿ ਹਰ ਕਿਤੇ ਜਿਹਦੇ ਕੋਲ ਪਾਵਰ ਆਂਦੀ ਹੈ ਉਹ ਆਪਣੀ ਪਾਵਰ ਦੀ ਛੜੀ ਚਲਾਉਣ ਲੱਗ ਜਾਂਦਾ ਹੈ ਫॉर ਵੈਸਟਡ ਇੰਟਰਸਟ। ਉਹ ਵੈਸਟਡ ਇੰਟਰਸਟ ਲਈ ਜਿਹੜੀ ਉਹ ਛੜੀ ਚੱਲਦੀ ਹੈ, ਉਹ ਜਦ ਤੱਕ ਨਹੀਂ ਰੋਕੀ ਜਾਊਗੀ, ਉਹ ਕਲਚਰ ਨਹੀਂ ਬੰਦ ਕੀਤਾ ਜਾਊਗਾ, ਤੇ ਸਟੇਟ ਨੇ ਤਾਂ ਗਰਕ ਨਹੀਂ ਕਰਨਾ। ਸਿਚੁਏਸ਼ਨ ਬਹੁਤ ਭੈੜੀ ਹੈ। ਹੁਣ ਤੁਸੀਂ ਆਨਲਾਈਨ ਕੰਮ ਸ਼ੁਰੂ ਕਰ ਦਿੱਤੇ, ਬੜੀ ਅੱਛੀ ਚੀਜ਼। ਆਨਲਾਈਨ ਨੂੰ ਕਦੇ ਸਟੱਡੀ ਕੀਤਾ ਕਿ ਤੁਹਾਡੇ ਪਰਫਾਰਮਾ ਦੇ ਵਿੱਚ ਆਨਲਾਈਨ ਦੇ ਵਿੱਚ ਜਿਹੜੇ ਟਿਕ ਕਰਦੇ ਆ ਕਾਲਮਸ, ਉਹ ਸਹੀ ਹੈ ਕਿ ਨਹੀਂ? ਕਈਆਂ ਦੇ ਆਨਲਾਈਨ ਰਜਿਸਟ੍ਰੇਸ਼ਨ ਦੀ ਐਪਲੀਕੇਸ਼ਨ। ਹੁਣ ਮੈਂ ਤੁਹਾਨੂੰ ਉਦਾਹਰਨ ਸੁਣਾਉਣਾ, ਛੋਟੀ ਜਿਹੀ ਉਦਾਹਰਨ। ਰਜਿਸਟਰੀ ਕਰਾਉਣ ਲਈ ਅਪਾਇੰਟਮੈਂਟ ਲਈ ਕਿਸੇ ਨੇ, ਉਸ ਦਿਨ ਕਲਰਕ ਚਲੇ ਗਏ ਸਟ੍ਰਾਈਕ ਤੇ, ਉਹਨੂੰ ਕਹਿੰਦੇ ਉਹਨੂੰ ਮੁੜ ਕੇ ਅਪਲਾਈ ਕਰ, ਮੁੜ ਕੇ ਫੀਸ ਜਮ੍ਹਾਂ ਕਰਾ। ਕਿਸ ਕਿਸਮ ਦਾ ਮਾਹੌਲ ਹੈ, ਕੈਸੀ ਗਵਰਨੈਂਸ ਹੈ? ਜਿਹੜਾ ਤੁਸੀਂ ਕੰਮ ਨਹੀਂ ਕਰ ਸਕੇ ਉਹ ਪਹਿਲੀ ਫੀਸ ਤੇ ਕਿਉਂ ਨਹੀਂ ਹੁੰਦਾ? ਕਹਿੰਦੇ ਜੀ ਕੰਪਿਊਟਰ 'ਚ ਕਮਾਂਡ ਹੈ ਨਹੀਂ ਪਹਿਲੇ ਨੂੰ ਚੱਕਣ ਦੀ। ਅਜੀਬ ਜਿਹੀਆਂ ਚੀਜ਼ਾਂ। ਇਹ ਕੰਪਿਊਟਰ ਦੇ ਸਿਸਟਮ ਨੂੰ ਲੋਕਾਂ ਨੂੰ ਸਹੂਲੀਅਤ ਦੇਣ ਦੀ ਬਜਾਏ ਉਹ ਇੱਕ ਬਹੁਤ ਵੱਡੀ ਅੜਚਨ ਬਣ ਗਈ। ਅੱਗੇ ਤਾਂ ਤੁਸੀਂ ਅਫਸਰ ਕੋਲ ਜਾ ਕੇ ਸਿੱਧੀ ਗੱਲ ਕਰ ਸਕਦੇ ਸੀ, ਉਹ ਚੇਂਜ ਕਰ ਲੈਂਦੇ ਸੀ, ਉਹ ਵੀ ਨਹੀਂ ਚੇਂਜ ਕਰ ਸਕਦਾ। ਉਹ ਕਹਿੰਦਾ ਜੀ ਸਾਨੂੰ ਕੀ ਪਤਾ ਹੈ, ਪ੍ਰਾਈਵੇਟ ਕੰਪਨੀ ਹੈ, ਪ੍ਰਾਈਵੇਟ ਕੰਪਨੀ ਉਹਦੇ ਕੋਲ ਸੌਫਟਵੇਅਰ 'ਚ ਕਮਾਂਡ ਹੈ ਨਹੀਂ। ਹੁਣ ਇਹ ਲੁੱਟੀ ਹੈ ਨਾ ਇੱਕ ਤਰ੍ਹਾਂ। ਜੇ ਲੋਕਾਂ ਦਾ ਕੰਮ ਵੀ ਨਹੀਂ ਹੋਇਆ, ਪੈਸੇ ਵੀ ਗਏ, ਹੁਣ ਇਹਨੂੰ ਕੌਣ ਸੋਧੂਗਾ? ਗਵਰਨਮੈਂਟ ਦਾ ਕੰਮ ਹੈ ਸੋਧਣਾ, ਪਰ ਗਵਰਨਮੈਂਟ ਹੈ ਕਿੱਥੇ? ਗਵਰਨਮੈਂਟ ਅਜੇ ਨਹੀਂ ਆਉਂਦੀ। ਆਪਾਂ ਟਰਨ ਬਾਈ ਟਰਨ, ਟਾਂਡਾ ਸਾਹਿਬ ਤੁਸੀਂ ਆਪਣੇ ਚੇਂਜ ਆਫ ਲੈਂਡ ਯੂਜ਼ CLU ਦੀ ਗੱਲ ਕੀਤੀ ਸੀ, ਤੇ ਇਹ ਜਿੰਨਾ ਕੁ ਮੇਰਾ ਨੌਲੇਜ ਹੈਗਾ ਬਹੁਤ ਮੁਸ਼ਕਲ ਮਿਲਦਾ ਹੈਗਾ, ਬਹੁਤ ਇਹਦੇ ਵਿੱਚ ਪੈਸੇ ਲੱਗਦੇ ਹੈਗੇ ਆ, ਜੁਗਾੜ ਵੀ ਚਾਹੀਦਾ ਹੈਗਾ, ਤੇ ਹੋ ਜਾਂਦਾ CLU। ਇਹਦਾ ਸਿੰਪਲੀਫਾਈ ਸਿਸਟਮ ਕੌਣ ਕਰੂਗਾ? ਮੰਨ ਲਓ ਮੈਂ CLU ਦੇ ਪੈਸੇ ਦੇਣੇ ਆ, ਜਿਹੜਾ ਏਰੀਆ 'ਚ CLU ਹੋਣ ਯੋਗ ਹੈ, ਤਾਂ ਕਿਉਂ ਮੈਂ ਫਾਈਲਾਂ ਮੂਵ ਕਰਾਂ? ਕਿਉਂ ਮਤੇ ਪੈਣ? ਕਿਉਂ ਨਹੀਂ ਮੈਂ ਪੈਸੇ ਜਮ੍ਹਾਂ ਕਰਾਵਾਂ, CLU ਬਾਹਰ ਨਿਕਲਿਆ? ਉਹਦੀ ਜ਼ਿਆਦਾ ਫੀਸ ਰੱਖ ਲਓ, ਜੇ ਉਹਦੀ ਪ੍ਰਪੋਰਸ਼ਨੇਟ ਕਿੰਨੀ ਕੁ ਜਗ੍ਹਾ ਹੈ, ਜੇ ਉਹਦੇ ਹਿਸਾਬ ਨਾਲ ਉਹਦੀ ਸਰਕਾਰੀ ਖਜ਼ਾਨੇ 'ਚ ਫੀਸ ਜਾਵੇ, ਉਹਨੂੰ ਦੂਜੇ ਤੀਜੇ ਦਿਨ ਚੌਥੇ ਦਿਨ CLU ਦੇ ਦੇ, ਜੋ ਫਾਰਮੈਲਿਟੀ ਹੈ। ਐਗਜ਼ੈਕਟਲੀ। ਹੁਣ ਇਹਦੇ 'ਚ ਸੇਲ ਡੀਡਸ ਦਾ ਵੀ ਸੁਧਾਰ ਕਰਨ ਵਾਲਾ, ਬਹੁਤ ਸੁਧਾਰ ਕਰਨ ਵਾਲਾ। ਜੇ ਇਹਨੂੰ ਇੰਨੀ ਸਿੰਪਲੀਫਾਈ ਕਰ ਦੇਣ, ਤੁਸੀਂ ਚਲੋ ਆਪ ਨਹੀਂ ਸੋਚ ਸਕਦੇ, ਡਿਵੈਲਪ ਕੰਟਰੀ 'ਚ ਦੇਖ ਲਓ ਕਿੰਨੇ ਸਿੰਪਲੀਫਾਈਡ ਤਰੀਕੇ ਆ ਉਹਨਾਂ ਦੇ, ਕੋਈ ਹੇਰਾਫੇਰੀ ਨਹੀਂ ਹੁੰਦੀ, ਕੁਛ ਨਹੀਂ ਹੁੰਦੀ। ਹਾਂਜੀ, 2 ਰਜਿਸਟਰਡ ਲਾਇਰਸ ਦੇ ਥਰੂ ਟ੍ਰਾਂਸਫਰ ਹੁੰਦੀ ਹੈ, ਪ੍ਰਾਈਵੇਟ ਪਾਰਟੀ ਆਂਦੀ ਹੋਈ ਨਹੀਂ। ਇੱਥੇ ਤਾਂ ਠੱਗੀਆਂ ਲਾ ਕੇ ਉਹ ਗਿਆ ਬੰਦਾ, ਲੱਭਦਾ ਹੀ ਨਹੀਂ ਮੁੜ ਕੇ ਕੌਣ ਵੇਚ ਗਿਆ ਤੇ ਕੌਣ ਲੈ ਗਿਆ। ਹਾਂਜੀ, ਹਾਂਜੀ। ਇੱਕ ਟਾਂਡਾ ਸਾਹਿਬ, ਅਸੀਂ ਪਤਾ ਨਹੀਂ ਕਿੰਨੀ ਕੁ ਦੇਰ ਤੋਂ ਸੁਣਦੇ ਹੈਗੇ ਆ ਜੀ, ਸਿੰਗਲ ਵਿੰਡੋ ਕਰ ਦਿੱਤੀ, ਸਿੰਗਲ ਵਿੰਡੋ ਕਰ ਦਿੱਤੀ ਹੈਗੀ ਆ।
ਮੰਨ ਲਓ ਇੱਕ ਮੈਂ ਐਂਟਰਪ੍ਰਾਈਜ਼ਿੰਗ ਸਪਿਰਿਟ ਰੱਖਣ ਵਾਲਾ, ਮੇਰੇ ਕੋਲ 4 ਪੈਸੇ ਵੀ ਆ, ਕੋਈ ਯੰਗ ਮੁੰਡਾ ਹੈਗਾ ਜਿਹਦਾ ਕੁਝ ਕਰਨਾ ਚਾਹੁੰਦਾ ਹੈਗਾ, ਉਹ ਮਹੀਨੇ ਕੇ ਵਿੱਚ ਸਾਰਾ ਇੱਕ ਪ੍ਰੋਸੈਸ ਕਰਕੇ ਉਹਨੂੰ ਕਲੀਅਰੈਂਸ ਮਿਲ ਜਾਵੇ ਸਾਰੇ ਡਿਪਾਰਟਮੈਂਟ ਤੋਂ। ਇਹ ਕਿਉਂ ਸਿੰਗਲ ਵਿੰਡੋ ਕਿਉਂ ਨਹੀਂ ਹੁੰਦਾ? ਕਹਿਣੇ ਨੂੰ ਹੈਗਾ, ਉਹ ਪ੍ਰੈਕਟੀਕਲੀ ਕੁਝ ਨਹੀਂ ਹੁੰਦਾ ਹੈਗਾ। ਇਹ ਕਿੰਨਾ ਕੁ ਮੁਸ਼ਕਲ ਕੰਮ ਹੈ ਜੇ ਕਰਨਾ ਹੋਵੇ ਤਾਂ? ਜੇ ਅਸੀਂ ਲੋਕਾਂ ਤੋਂ ਕੋਈ ਝਾਕ ਰੱਖੇ ਬਿਨਾ ਕੰਮ ਕਰਨਾ, ਫਿਰ ਤਾਂ ਦਿੱਕਤ ਹੀ ਕੋਈ ਨਹੀਂ। ਅੱਛਾ ਅੱਛਾ, ਹਾਂਜੀ ਹਾਂਜੀ। ਜੇ ਅਸੀਂ ਝਾਕ ਰੱਖਣੀ ਹੈ, ਫਿਰ ਹਰਡਲਸ ਤਾਂ ਖੜੇ ਕਰਨੇ ਪੈਣਗੇ ਰਸਤੇ 'ਚ। तो हर्डल क्लियर करान बंदा आऊगा ਤਾਂ ਹੀ ਕੁਝ ਹਾਂ, ਲੈ ਕੇ ਜਾਊਗਾ। ਅਰੇ ਉਹ ਹਰਡਲਸ ਕ੍ਰੀਏਟ ਕੀਤੇ ਹੋਏ ਆ। ਹਰਡਲਸ ਇਹ ਨਹੀਂ ਕਿ ਇਹਨਾਂ ਨੂੰ ਵੈਪੋਰੇਟ ਕਰਨੇ ਨਹੀਂ ਆਉਂਦੇ, ਵੈਪੋਰੇਟ ਹਾਂਜੀ। ਕਰਨੇ ਆਉਂਦੇ ਆ, ਉਹਨਾਂ ਨੂੰ ਹਟਾਉਣਾ ਆਉਂਦਾ, ਅੜਿੱਕਿਆਂ ਨੂੰ ਦੂਰ ਕਰਨਾ ਆਉਂਦਾ, ਪਰ ਕਰਨੇ ਨਹੀਂ। ਅੜਿੱਕੇ ਤਾਂ ਕ੍ਰੀਏਟ ਕਰਨੇ ਆ, ਅਸੀਂ ਕ੍ਰੀਏਟ ਕਰਾਂਗੇ ਤਾਂ ਸਾਡੇ ਕੋਲ ਆਊਗਾ। ਹਾਂਜੀ ਹਾਂਜੀ। ਇਸ ਕਰਕੇ ਉਹ ਵੱਧੇ ਬੰਦੇ ਦਾ ਇਹ ਉਹ ਜਿਹੜੇ ਭੰਬਲ ਭੂਸੇ ਜੋ ਪੈ ਕੇ ਉਹ ਕਹਿੰਦਾ ਮੈਂ ਇਹਦੇ ਨਾਲੋਂ ਘਰੇ ਚੰਗਾ, ਜਾਂ ਮੈਂ ਮੇਰਾ ਪੈਸਾ ਬੈਂਕ 'ਚ ਰਹੇ, ਜਾਂ ਕੀ ਹੈ, ਐਟਲੀਸਟ ਮੈਨੂੰ ਉਹ ਆ ਜਾਏਗਾ। ਤੇ ਇਹਦਾ ਹੋਰ ਕੀ ਕੀ ਜਿਹੜੀਆਂ ਜਿਹੜੇ ਸਨਅਤਕਾਰ ਜਾਂ ਟਰੇਡਰ ਜਾਂ ਬਿਜ਼ਨਸਮੈਨ ਨੂੰ ਕੀ ਪ੍ਰੈਕਟੀਕਲੀ ਮੁਸ਼ਕਲਾਂ ਆਉਂਦੀਆਂ ਹੈਗੀਆਂ, ਜਿਹੜੀਆਂ ਕਿ ਈਜ਼ ਆਊਟ ਹੋਣੀਆਂ ਚਾਹੀਦੀਆਂ ਤਾਂ ਕਿ ਇੰਡੈਕਸ ਥੋੜਾ ਜਿਹਾ ਉੱਪਰ ਜਾਵੇ? ਤੁਹਾਨੂੰ ਮੈਂ ਉਦਾਹਰਨ ਦਿੰਦਾ। ਹਾਂਜੀ। ਯਾਦ ਕਰੋ, ਸਮਾਂ ਇਨਕਮ ਟੈਕਸ ਦਾ ਰਿਫੰਡ ਪਹਿਲਾਂ ਤਾਂ ਤਿਆਰ ਨਹੀਂ ਸੀ ਹੁੰਦਾ, ਤਿਆਰ ਕਰਾਉਣਾ ਪੈਂਦਾ ਸੀ। ਫਿਰ ਚਪੜਾਸੀ ਘਰ ਦੇਣ ਆਉਂਦਾ ਸੀ, ਫਿਰ ਉਹ ਸਲੂਟ ਮਾਰ ਕੇ ਹੱਸਦਾ ਸੀ ਕਿ ਮੈਨੂੰ ਵੀ ਦਿਓ ਹੁਣ 100 ਰੁਪਇਆ ਫੜਾਓ, ਮੈਂ ਘਰ ਲੈ ਕੇ ਆਵਾਂ। ਅੱਜ ਇਨਕਮ ਟੈਕਸ ਦੇ ਰਿਫੰਡ ਕਿਸੇ ਨੇ ਸੋਚਿਆ ਕੌਣ ਬਣਾਉਂਦਾ? ਆਟੋਮੈਟਿਕ ਤੁਹਾਡੇ ਅਕਾਊਂਟ 'ਚ ਆਉਂਦਾ। ਹਾਂ, ਆਪਣੇ ਤੁਹਾਡੇ ਅਕਾਊਂਟ ਵਿੱਚ ਪੈ ਜਾਂਦੇ ਆ। ਹਾਂਜੀ ਹਾਂਜੀ, ਆਟੋਮੈਟਿਕ ਆਉਂਦਾ। ਹੁਣ ਜੇ ਇਸੇ ਕਿਸਮ ਦਾ ਸਿਸਟਮ ਤੁਹਾਡੇ ਰਿਫੰਡ ਹੈ ਜਿਹੜੇ GST ਦੇ, ਉਹਦਾ ਵੀ ਹੋ ਜਾਵੇ, ਕੀ ਮਾੜਾ? ਉਹਨਾਂ ਪਹਿਲਾਂ ਸੇਲ ਟੈਕਸ ਹੁੰਦਾ ਸੀ, ਸਭ ਢੰਗ ਵਰਤਨ ਦੇ ਨਾਲ ਰਿਫੰਡ ਮਿਲਦੇ ਸੀ। ਹੁਣ ਵੀ ਢੰਗ ਵਰਤਨ ਨਾਲ ਪੁਰਾਣੇ ਮਿਲਦੇ ਆ। ਇਹ ਮਤਲਬ ਕਿਉਂ? ਢੰਗ ਕਿਉਂ ਵਰਤਿਆ ਜਾਵੇ? ਤੁਸੀਂ ਜਦ ਬੰਦੇ ਦਾ ਅਕਾਊਂਟ ਕਰ ਲਿਆ, ਤੁਹਾਡੇ ਪੈਸੇ ਦੇਣਦਾਰੀ ਹੈ ਸਰਕਾਰ ਦੇ, ਕਿਉਂ ਨਹੀਂ? ਹੁਣ ਕਹਿਣਾ ਸੌਖਾ ਸਿੰਗਲ ਵਿੰਡੋ। ਸਿੰਗਲ ਵਿੰਡੋ ਨੂੰ ਤੁਸੀਂ ਇੰਜ ਕਰੋ, ਗਵਰਨਮੈਂਟ ਆਪਣਾ ਡੇਟਾ ਦੇਵੇ ਕਿ ਸਿੰਗਲ ਵਿੰਡੋ ਕਿੰਨੇ ਆਏ ਤੇ ਅਸੀਂ ਕਿੰਨੇ ਕਰਤੇ। ਕਿਉਂ ਨਹੀਂ ਦਿੰਦੇ ਡੇਟਾ ਆਪਣਾ? ਆਨਲਾਈਨ ਡੇਟਾ ਇਹਨਾਂ ਦਾ ਵੈਬਸਾਈਟ ਦੇ ਉੱਤੇ ਚੜਿਆ ਹੋਣਾ ਚਾਹੀਦਾ। ਤੁਸੀਂ ਵੈਬਸਾਈਟ, ਸਰਕਾਰੀ ਵੈਬਸਾਈਟ ਹੈ, ਪਤਾ ਨਹੀਂ ਕਿੰਨੇ ਖਰਚੇ ਕਰ ਵੈਬਸਾਈਟਾਂ ਬਣਾਈਆਂ। ਤੁਸੀਂ ਕੋਈ ਵੈਬਸਾਈਟ ਖੋਲ ਲਓ ਜਿਹਦੇ ਵਿੱਚ ਕੋਈ ਚੱਜ ਦਾ ਡੇਟਾ ਤੁਹਾਨੂੰ ਅਵੇਲੇਬਲ ਹੋਵੇ, ਨਹੀਂ ਮਿਲੂਗਾ। ਸਭ ਪੁਸ਼ੀਦਾ ਰੱਖਿਆ ਜਾਂਦਾ, ਸਭ ਸੀਕ੍ਰੇਟ ਰੱਖਿਆ ਜਾਂਦਾ ਕਿ ਲੋਕਾਂ ਨੂੰ ਪਤਾ ਨਾ ਲੱਗ ਜਾਵੇ। ਇਵਨ RTI ਨੂੰ ਵੀ ਰਿਡੰਡੈਂਟ ਕੀਤਾ ਹੋਇਆ। ਕਾਮਨ ਆਦਮੀ RTI 'ਚ ਨਹੀਂ ਲੈ ਸਕਦਾ। ਜਿਹੜੇ RTI ਐਕਟਿਵਿਸਟ ਕ੍ਰੀਏਟ ਹੋ ਗਏ ਹੈ, ਉਹ ਵੀ ਇਹੋ ਜਿਹੇ RTI ਐਕਟਿਵਿਸਟ ਹੈ। ਕਈ ਚੰਗੇ ਲਈ ਲੱਗੇ ਹੋਏ ਆ, ਕਈ ਆਪਣੀ ਐਕਸਪਲੋਇਟੇਸ਼ਨ ਲਈ ਲੱਗੇ ਹੋਏ ਆ। RTI ਉਹੀ RTI 'ਚ ਇਨਫੋਰਮੇਸ਼ਨ ਐਕਸਟ੍ਰੈਕਟ ਕਰ ਪਾਉਂਦੇ ਆ। ਤੁਸੀਂ ਤੇ ਮੈਂ ਅਪਲਾਈ ਕਰ ਦੋ, ਕਦੇ ਨਹੀਂ RTI ਜਵਾਬ ਦਿੰਦੇ। ਤੁਸੀਂ ਉਹਦੀ ਅਪੀਲ ਕਰ ਲਓਗੇ, ਥੱਕ ਜਾਓਗੇ। ਆਖਰ ਕਾਮਨ ਬੰਦਾ ਇੱਕ ਦਿਨ ਤਾਂ ਗੁੱਸਾ ਖਾ ਕੇ RTI ਲਾ ਦਿੰਦਾ ਹੈ, ਮੁੜ ਕੇ ਕਿਹਦੇ ਤੋਂ ਪੈਰਵੀ ਕਰ ਹੁੰਦੀ ਹੈ? ਹਾਂਜੀ ਹਾਂਜੀ ਹਾਂਜੀ। ਜੇ ਸਾਰੀ RTI 'ਚ ਇਨਫੋਰਮੇਸ਼ਨ ਮਿਲਦੀ ਨਹੀਂ, ਬੜੇ ਧੱਕੇ ਨਾਲ, ਜ਼ੋਰ ਨਾਲ ਕੋਈ ਹਿੰਮਤੀ ਹੋਵੇ ਉਹ ਲੈ ਸਕਦਾ ਹੈਗਾ। ਪਬਲਿਕ ਡੋਮੇਨ 'ਚ ਕਿਉਂ ਨਹੀਂ ਪਾਉਂਦੇ ਸਾਰੀ ਇਨਫੋਰਮੇਸ਼ਨ? ਹਾਂ ਬਸ। RTI ਦੀ ਲੋੜ ਕੀ ਹੈ? ਹਾਂਜੀ ਹਾਂ। ਯੂ ਸ਼ੁਡ ਵੈਸੇ RTI ਕਾਨੂੰਨ ਟਾਂਡਾ ਸਾਹਿਬ ਮੈਂ ਪੜ੍ਹਿਆ ਸੀ ਜਦੋਂ ਇਹ ਸ਼ੁਰੂ ਵਿੱਚ ਆਇਆ ਸੀ, ਉਹ ਕਹਿੰਦੇ ਜੋ ਕੁਝ ਤੁਸੀਂ ਕਰਦੇ ਆ ਡੇਲੀ, ਉਹ ਤੁਹਾਡਾ ਨੈਟ ਤੇ ਪੈਣਾ ਚਾਹੀਦਾ ਤਾਂ ਕਿ ਕਿਸੇ ਨੂੰ ਤੁਹਾਨੂੰ ਜਿਹੜੀ ਹੈਗੀ ਆ RTI ਮੰਗਣ ਦੀ ਜ਼ਰੂਰਤ ਨਾ। ਹਰ ਇੱਕ ਨੈਟ ਤੇ ਦੇਖੇ ਕੀ ਆ, ਕਿੰਨਾ ਪੈਸਾ ਇੱਧਰੋਂ ਆਇਆ, ਕੀ ਕੀ ਕੀਤਾ ਮੈਂ ਅੱਜ ਕਮਾਇਆ, ਉਹ ਸਾਰਾ ਲੋਕਾਂ ਨੂੰ ਪਤਾ ਲੱਗ ਜਾਵੇ। ਪਤਾ ਲੱਗ ਜਾਵੇ। ਤੁਸੀਂ ਇੰਜ ਕਰੋ, ਹੁਣ ਤੁਸੀਂ ਬਜਟ ਹੀ ਪਾ ਲਓ, ਤੁਹਾਨੂੰ ਬਜਟ ਦੀਆਂ ਡਿਟੇਲਸ ਨਹੀਂ ਮਿਲਣਗੀਆਂ, ਤੁਹਾਨੂੰ ਹੈਡਸ ਨਹੀਂ ਮਿਲਣਗੇ, ਤੁਹਾਨੂੰ ਇਹ ਨਹੀਂ ਪਤਾ ਲੱਗੂਗਾ। ਅੱਜ ਪਾਓ ਤੁਸੀਂ ਕਿਸੇ ਗਵਰਨਮੈਂਟ ਦੇ ਕਿ ਕਿੰਨਿਆਂ ਦੀਆਂ ਤਨਖਾਹਾਂ ਦਿੱਤੀਆਂ ਗਈਆਂ, ਕਿੰਨੇ ਦੀਆਂ ਰਹਿ ਗਈਆਂ, ਮਿਲੂਗਾ। ਤੁਸੀਂ ਅੱਜ ਕਰਨਾ ਚਾਹੋ ਕਿ ਪਿਛਲੇ ਮਹੀਨੇ ਦਾ GST ਕਲੈਕਸ਼ਨ ਕਿੰਨੀ ਹੈ, ਤੁਹਾਨੂੰ ਕਿਸੇ ਸਾਈਟ ਤੋਂ ਮਿਲੂਗੀ। ਤੁਸੀਂ ਗਵਰਨਮੈਂਟ ਸਕੂਲਾਂ ਦੇ ਵਿੱਚ ਕਿੰਨੇ ਟੀਚਰ ਹੈ ਨਹੀਂ, ਮਿਸਿੰਗ ਹੈ, ਤੁਹਾਨੂੰ ਨਹੀਂ। ਤੁਸੀਂ ਅੱਜ ਪਾਓ ਕਿ ਗਵਰਨਮੈਂਟ ਕਿੰਨੇ ਸਕੂਲਸ ਆ ਪੰਜਾਬ ਦੇ ਵਿੱਚ ਤੇ ਕਿੰਨੇ ਬੱਚੇ, ਤੁਹਾਨੂੰ ਡਿਟੇਲ ਨਹੀਂ ਮਿਲੂਗੀ। ਇੱਕ ਟਾਂਡਾ ਸਾਹਿਬ, ਜਿੰਨਾ ਕੁ ਮੇਰਾ ਨੌਲੇਜ ਆ, ਜਿੰਨੇ ਕੁ ਮੇਰੇ ਦੋਸਤ ਜਿਹੜੇ ਮੈਨੂੰ ਦੱਸਦੇ ਰਹਿੰਦੇ ਹੈਗੇ, ਇੰਡਸਟਰੀਅਲਿਸਟ, ਮੇਰੇ ਬਿਜ਼ਨਸਮੈਨ ਕਾਫੀ ਮਿੱਤਰ ਹੈਗੇ ਆ, ਕਿਸੇ ਵੀ ਮਹਿਕਮੇ ਵਿੱਚ ਹਰ ਇੱਕ ਦਾ ਰੇਟ ਫਿਕਸ ਆ। ਉਹ ਬੰਦਾ, ਇਹਨੇ ਕੋਲ ਟਾਈਮ ਕਿੱਥੋਂ ਹੁੰਦਾ? ਬੰਦਾ ਕਹਿੰਦਾ ਜਾਂ ਆਪਣੇ ਅਕਾਊਂਟੈਂਟ ਨੂੰ ਜਾਂ ਕਿਤੇ ਮੁੰਡੇ ਨੂੰ ਜਾਂ ਪਰਸਨਲੀ ਆਪ ਦੇ ਕੇ ਕੰਮ ਕਰਾ ਕੇ, ਮਤਲਬ ਪੈਸੇ ਤੋਂ ਬਗੈਰ ਕੰਮ ਨਹੀਂ ਹੁੰਦਾ ਹੈਗਾ। ਇਹ ਮਤਲਬ ਪੈਸਾ
ਇਹ ਜਿਹੜਾ ਉਹ ਪ੍ਰਾਈਵੇਟ ਹੱਥਾਂ ਵਿੱਚ ਜਾਂਦਾ, ਉਹ ਗਵਰਨਮੈਂਟ ਉਹਦਾ ਜਿਹੜਾ ਹੈਗਾ ਉਹਦੀ ਕੋਈ ਲਾਇਸੈਂਸ ਫੀਸ ਜਾਂ ਕੋਈ ਇਦਾਂ ਦਾ ਜਿਹੜਾ ਸਰਕਾਰੀ ਖਜ਼ਾਨੇ ਵਿੱਚ ਜਾਵੇ, ਇਦਾਂ ਦਾ ਸਿਸਟਮ ਨਹੀਂ ਹੋ ਸਕਦਾ ਪੰਜਾਬ ਵਿੱਚ? ਹੋ ਤਾਂ ਸਭ ਕਿਤੇ ਸਕਦਾ, ਪਰ ਕਰੂਗਾ ਕੌਣ? ਹਾਂਜੀ ਗੰਢ ਤਾਂ ਪਤਾ ਹੈ ਕਿ ਲੱਗੀ ਹੋਈ ਹੈ, ਗੰਢ ਖੋਲਣੀ ਹੈ, ਪਰ ਖੋਲੂ ਕੌਣ? ਹਾਂਜੀ 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 ਹਾਂਜੀ। ਇਹ ਨਾ ਬਹੁਤ ਅਨਫੋਰਚੂਨੇਟ ਸਿਸਟਮ ਹੈ ਇਹ। ਜਿਹੜੀ ਦੇਖੋ, ਇੱਕ ਦੂਰ ਕਿਵੇਂ ਹੁੰਦਾ ਹੈ? ਦੂਰ ਤਾਂ ਹੋਊਗਾ ਜੇ ਤੁਸੀਂ ਪਬਲਿਕ ਕੰਟੈਕਟ ਖਤਮ ਕਰ ਦੋਗੇ। ਹਾਂਜੀ। ਹੁਣ ਜਿਹੜਾ ਡਾਇਰੈਕਟ ਆਉਣ ਲੱਗਾ ਇਨਕਮ ਟੈਕਸ ਦਾ ਰਿਫੰਡ, ਉਹ ਪਬਲਿਕ ਕੰਟੈਕਟ ਖਤਮ ਹੋ ਗਿਆ। ਤੁਹਾਨੂੰ ਐਪਲੀਕੇਸ਼ਨ ਮੂਵ ਕਰਨ ਦੀ ਲੋੜ ਨਹੀਂ ਪੈਂਦੀ, ਤੁਹਾਨੂੰ ਚੈੱਕ ਕਰਾਉਣ ਦੀ ਲੋੜ, ਬਣਵਾਉਣ ਦੀ ਲੋੜ ਨਹੀਂ ਪੈਂਦੀ। ਹਾਂਜੀ। ਇਸੇ ਤਰ੍ਹਾਂ ਪਬਲਿਕ ਕੰਟੈਕਟ ਖਤਮ ਕਰੋ। ਹੁਣ ਮੈਂ ਮੰਨ ਲਓ ਨਕਸ਼ਾ ਪਾਸ ਕਰਾਣਾ, ਮੈਂ ਘਰ ਬਣਾਉਣਾ, ਮੈਂ ਕਿਉਂ ਨਕਸ਼ਾ ਪਾਸ ਕਰਾਵਾਂ? ਲੋੜ ਕੀ ਹੈ ਨਕਸ਼ਾ ਪਾਸ ਕਰਨ ਦੀ? ਗਵਰਨਮੈਂਟ ਦੇ ਨੋਰਮਸ ਬਣੇ ਹੋਏ ਆ। ਮੈਂ ਨੋਟਿਸ ਦੇਵਾਂ ਮਿਊਨਿਸਪਲ ਕਾਰਪੋਰੇਸ਼ਨ ਨੂੰ ਜਾਂ ਕਮੇਟੀ ਨੂੰ, ਆਹ ਮੇਰੀ ਪ੍ਰਾਪਰਟੀ ਹੈ, ਮੈਂ ਇਹਦੇ ਤੇ ਕੰਸਟਰਕਸ਼ਨ ਕਰਨ ਲੱਗਾ, ਮੈਂ ਆਰਕੀਟੈਕਟ ਤੋਂ ਨਕਸ਼ਾ ਬਣਵਾਵਾਂ, ਚਾਹੇ ਮੈਂ ਰੋਜ਼ ਕੰਧ ਢਾਵਾਂ, ਰੋਜ਼ ਕੋਈ ਕਮਰਾ ਵੱਡਾ ਕਰਾਂ, ਕਮਰਾ ਛੋਟਾ ਕਰਾਂ, ਜਦ ਮੇਰਾ ਬਣ ਜਾਵੇ ਤਾਂ ਮੈਂ ਕਾਰਪੋਰੇਸ਼ਨ ਨੂੰ ਉਹਦਾ ਨਕਸ਼ਾ ਬਣਾ ਕੇ ਆਹ ਮੈਂ ਬਣਾਇਆ, ਨੋਟਿਸ ਦੇ ਦੇਵਾਂ, ਇਹਨੂੰ ਮੈਂ ਆਕੂਪਾਈ ਕਰ ਰਹਾ ਹਾਂ। ਆ ਕੇ ਨਾਪ ਜਾਣ, ਦੇਖ ਜਾਣ ਕਿ ਉਹ ਗੈਰ ਕਾਨੂੰਨੀ ਤਾਂ ਨਹੀਂ ਕਿਤੇ। ਜੇ ਗੈਰ ਕਾਨੂੰਨੀ ਹੈ, ਉਹਦੇ ਤੇ ਟਿੱਪਣੀ ਲਾ ਜਾਣ ਕਿ ਭਾਈ ਆਹ ਤੂੰ ਰਿਮੂਵ ਕਰ ਦੇ, ਆਹ ਤੇਰਾ ਛੱਜਾ ਵੱਧ ਵਧਾਇਆ ਹੋਇਆ, ਆਹ ਤੂੰ ਕਵਰ ਏਰੀਆ ਵੱਧ ਕਰ ਲਿਆ, ਕਵਰ ਏਰੀਆ ਘਟਾ। ਅਲਟੀਮੇਟਲੀ ਮੈਂ ਠੀਕ ਕਰ ਦੇਵਾਂ, ਉਹ ਮੈਨੂੰ ਸਰਟੀਫਿਕੇਟ ਦੇ ਜਾਣ, ਆਕੂਪੈਂਸੀ ਸਰਟੀਫਿਕੇਟ। ਕਿਉਂ ਨਹੀਂ ਹੋ ਸਕਦਾ? ਉਹਨਾਂ ਕੰਗਨਾ ਰਣੌਤ ਦਾ ਜਿਹੜੇ ਢਾਰੇ ਹੈ, ਇਹ ਇਹੀ ਹੈ ਨਾ। ਇਹਦੀ ਕਿਚਨ ਦੇ ਨਾਲ ਇਹਨੇ ਬਰਾਂਡਾ ਰਲਾ ਲਿਆ, ਬਰਾਂਡੇ ਦੇ ਨਾਲ ਇਹਨੇ ਕਮਰਾ ਰਲਾ ਲਿਆ। ਤੁਹਾਡਾ ਕੀ ਗਿਆ ਜੇ ਰਲਾ ਲਿਆ? ਮੈਂ ਪੌੜੀ ਸੱਜਿਓਂ ਚਾੜਨੀ ਸੀ, ਮੈਂ ਪੌੜੀ ਖੱਬਿਓਂ ਚਾੜਤੀ, ਮੈਂ ਕੀ ਉਲੰਘਣਾ ਕਰਤੀ? ਕੀ ਮਾੜੀ ਗੱਲ ਹੋ ਗਈ? ਮੈਂ ਨਕਸ਼ਾ ਬਣਾਉਂਦੇ ਸੋਚਿਆ ਕਿ ਮੈਂ ਪੌੜੀ ਭਾਈ ਸੱਜੇ ਪਾਸੇ ਨਾ ਚਾੜਾਂ, ਖੱਬੇ ਪਾਸੇ ਚਾੜ ਲਵਾਂ, ਮੈਂ ਕੀ ਨੁਕਸਾਨ ਕਰਤਾ? ਇਹ ਨਾਲੇ ਉਹਨੂੰ ਕੰਗਣਾ ਨੂੰ ਤਾਂ ਇਹਨਾਂ ਆਈਸੋਲੇਸ਼ਨ ਕੀਤਾ ਇਦਾਂ ਦੀ, ਤਾਂ ਮੇਰੇ ਖਿਆਲ ਲਗਭਗ ਪੂਰਾ ਹੀ ਬੰਬੇ ਢਹਿ ਜਾਏਗਾ ਜੇ ਸਾਰੀਆਂ ਸਕਰੂਟਨੀ ਕਰਨੀ ਸ਼ੁਰੂ ਕਰ ਦਿਓ। ਮੈਂ ਗਾਰੰਟੀ ਦਿੰਦਾ, ਟੱਚ ਐਨੀ ਹਾਊਸ ਇਨ ਬੰਬੇ, ਉਂਗਲੀ ਰੱਖੋ, ਉਹਦੇ ਚ ਲੱਗਣਾ ਮਿਲੂ। ਹਾਂਜੀ 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 ਹਾਂਜੀ। ਟੱਚ ਐਨੀ ਹਾਊਸ, ਟੱਚ ਐਨੀ ਬਿਲਡਿੰਗ, ਉਹਦੀ ਉਲੰਘਣਾ ਮਿਲੂਗੀ ਜੇ ਕੱਢਣ ਚਲੇ ਜਾਓ। ਪਰ ਇਹੀ ਚੀਜ਼ ਹੈ ਨਾ, ਇਸੇ ਚੀਜ਼ ਨੂੰ ਐਕਸਪਲੋਇਟ ਕਰਦੇ ਆ ਅਫਸਰ, ਪੈਸੇ ਖਾਣ ਜਿਹੜੇ ਸਰਕਾਰੀ ਕਰਮਚਾਰੀ ਹੈ, ਇਸੇ ਚੀਜ਼ ਦੀ ਕਮਾਈ ਕਰਦੇ ਆ, ਲਹਿਰਾਂ ਗਿਰਾਂਦੇ। ਇਹਨੂੰ ਦੂਰ ਕਰਨਾ ਤੇ ਇਹਨੂੰ ਸਿੰਪਲੀਫਾਈ ਕਰਨਾ ਪਊਗਾ। ਲੋਕਾਂ ਦੇ ਕੰਟੈਕਟਸ ਦੂਰ ਕਰਨੇ ਪੈਣਗੇ। ਮੈਂ ਕਿਉਂ ਨਾ ਬਿਜਲੀ ਦਾ ਕਨੈਕਸ਼ਨ ਆਨਲਾਈਨ ਅਪਲਾਈ ਕਰ ਦਵਾਂ, ਪੈਸੇ ਜਮ੍ਹਾਂ ਕਰਾ ਦਵਾਂ, ਇਹਦੀ ਟੈਸਟ ਰਿਪੋਰਟ ਦਿਓ ਜੀ, ਫਲਾਨਾ ਦਿਓ ਜੀ, ਢਮਕਾਨਾ ਦਿਓ ਜੀ। ਉਹ ਮੇਰੀ ਜ਼ਿੰਮੇਵਾਰੀ ਨਹੀਂ ਹੈ ਕੁਝ ਕਿ ਮੈਂ ਆਪ ਬਣਵਾ ਲਵਾਂ ਆਪਣੇ ਘਰ ਦੇ ਅੰਦਰ। ਹਾਂਜੀ ਹਾਂਜੀ ਹਾਂਜੀ। ਅੰਗਰੇਜ਼ ਦੇ ਜ਼ਮਾਨੇ ਦਾ ਕਾਨੂੰਨ ਅੱਜ ਤਾਈਂ ਚੱਲੀ ਜਾਂਦਾ। ਮੈਨੂੰ ਲਿਆ ਕੇ ਬਿਜਲੀ ਦਾ ਕਨੈਕਸ਼ਨ ਦੇ ਜਾਣ, ਅੱਗੇ ਮੈਂ ਦੇਖਾਂ ਜੇ ਮੈਂ ਵੱਧ ਲੋਡ ਪਾਉਂਦਾ ਤਾਂ ਮੈਂ ਗੁਨਾਹਗਾਰ ਹਾਂ। ਹਾਂਜੀ, ਚੈੱਕ ਕਰ ਲੈਣ ਜਦ ਮਰਜ਼ੀ ਆ ਕੇ। ਇੱਕ ਤੁਹਾਡਾ ਸਾਹਿਬ ਜਿਹੜੀ NRI ਦੀ ਇਨਵੈਸਟਮੈਂਟ ਹੈਗੀ ਆ, ਵੈਸੇ ਤਾਂ ਇੰਡੀਆ ਵਿੱਚ ਬਹੁਤ ਥੋੜੀ ਆ, ਪੰਜਾਬ ਵਿੱਚ ਤਾਂ ਸਾਡੇ ਮੇਰੇ ਖਿਆਲ ਆਲਮੋਸਟ ਨਿਗਲੀਜੀਬਲ ਹੈਗੀ ਆ। ਬੜੀ ਵਾਰੀ ਇਹਨਾਂ ਨੇ, ਕੈਪਟਨ ਅਮਰਿੰਦਰ ਜੀ ਨੇ ਕੋਸ਼ਿਸ਼ ਕੀਤੀ ਵੀ ਕੋਈ ਨਾ ਕੋਈ ਬਾਹਰੋਂ ਆਵੇ, ਕਿਉਂਕਿ NRI ਤਾਂ ਜਿੰਨੇ ਮੇਰੇ ਕੋਈ ਦੋਸਤ ਆ, ਕੋਈ ਸ਼ਰਾਬ ਦੀ ਫੈਕਟਰੀ ਇੱਧਰ ਲਾਉਣਾ ਚਾਹੁੰਦੇ ਸੀ, ਸਕੌਚ ਦੀ, ਤੇ ਉਹ ਤਾਂ ਕਹਿੰਦੇ ਜੀ ਅਸੀਂ 2-2.5 ਸਾਲ ਲੱਗੇ ਰਹੇ, ਸਾਡੇ ਤੋਂ NOC ਨਹੀਂ ਲੈ ਹੋਈਆਂ। ਇੱਕ ਬਾਹਰਲੇ ਬੰਦੇ ਨੂੰ ਤਾਂ ਅਫਸਰ ਏਦਾਂ ਪੈਂਦੇ ਆ, ਬਸ ਜੀ ਪੁੱਛੋ ਨਾ ਜੀ, ਮਰੋੜ ਕੇ ਅੰਦਰਲੇ ਨੂੰ ਕੀ ਇੰਗਲੈਂਡ। ਇਹ ਅਨਰਿਟਨ ਪੋਲੀਟੀਕਲ ਪਰਮਿਸ਼ਨ ਨਾਲ ਲੱਗਦੀਆਂ ਇਹ ਜਿਹੜੀਆਂ ਇੰਡਸਟਰੀ ਜਿਹੜੇ ਤੁਸੀਂ ਜ਼ਿਕਰ ਕੀਤਾ, ਅਦਰਵਾਈਜ਼ ਨਹੀਂ ਲੱਗਦੀਆਂ। ਹਾਂਜੀ ਹਾਂਜੀ। ਤੇ ਇਹ ਇਨਵੈਸਟਮੈਂਟ ਦਾ ਕੀ ਤੁਹਾਡਾ ਐਕਸਪੀਰੀਅੰਸ ਹੈ, ਜਾਂ ਇੰਡਸਟਰੀਅਲਿਸਟ ਕੀ ਕਹਿੰਦੇ ਹੈਗੇ ਆ? ਸਕੂਮਾਂ ਤਾਂ ਗਵਰਨਮੈਂਟ ਦੀਆਂ ਬੜੀਆਂ ਹੁੰਦੀਆਂ ਕਾਗਜ਼ਾਂ ਵਿੱਚ। ਇਹ ਬੈਂਕਿੰਗ ਲੋਨ ਮਿਲ ਜਾਂਦੇ ਕਿ ਪੈਸੇ ਦੇਣੇ ਪੈਂਦੇ? ਨਹੀਂ, ਦੇਖੋ ਤੁਸੀਂ ਇੰਡਸਟਰੀ ਲਗਾਉਣੀ ਹੈ, ਐਸੀ ਗੱਲ ਨਹੀਂ ਹੈ, ਤੁਹਾਨੂੰ ਈਜ਼ੀਲੀ ਕਾਫੀ ਪਰਮਿਸ਼ਨਾਂ ਮਿਲ ਜਾਂਦੀ ਹੈ। ਬਟ ਜਿਹੜੀ ਇਸ ਕਿਸਮ ਦੀ ਇੰਡਸਟਰੀ ਤੁਸੀਂ ਦੱਸੀ ਹੈ, ਇਹਨੂੰ ਲਗਾਉਣ ਲਈ ਬਹੁਤ ਔਖਾ ਹੈ, ਇਹਦੀ ਨਹੀਂ ਮਿਲਦੀ। ਹਾਂਜੀ ਹਾਂਜੀ। ਹੁਣ ਤੁਸੀਂ ਕਿਸੇ ਨੇ ਸ਼ਾਪਿੰਗ ਮਾਲ ਬਣਾਉਣਾ ਹੈ, ਇੰਨਾ ਸੌਖਾ ਨਕਸ਼ਾ ਪਾਸ ਹੁੰਦਾ, ਬਸ ਕਰਾ ਦਿੰਦੇ। ਇਹ CLU ਕਰਾਉਣ ਲੱਗੇ ਬਸ ਕਰਾ ਦਿੰਦੇ ਆ। ਬਹੁਤ ਔਖਾ ਸਿਸਟਮ ਹੈ। ਜਦ ਤੱਕ ਤੁਸੀਂ ਪਾਰਟ ਵਿਦ ਨਹੀਂ ਨਾ ਕਰਦੇ, ਕੁਛ ਆਪਣਾ ਛਿੱਲੜ ਲਾ ਕੇ ਨਹੀਂ ਦਿੰਦੇ, ਉਦੋਂ ਤੱਕ ਨਹੀਂ। ਇਹ ਬੜੀ ਦੁਖਦਾਈ ਗੱਲ ਹੈ। ਐਂਡ ਜੇ ਤੁਸੀਂ ਪਰਮਿਸ਼ਨ ਆਨਲਾਈਨ ਦੇਣਾ ਚਾਹੁੰਦੇ ਹੋ, ਫਿਰ ਲੋਕਾਂ ਨੂੰ ਬੁਲਾਓ ਹੀ ਨਾ, ਅਪਲਾਈ ਕਰੇ, ਉਹਦਾ ਨਕਸ਼ਾ ਦੇਖੋ ਸਹੀ ਹੈ ਕਿ ਨਹੀਂ ਹੈ। ਨਹੀਂ ਹੈਗਾ ਤਾਂ ਆਨਲਾਈਨ ਨੁਕਸ ਕੱਢ ਕੇ ਭੇਜ ਦਿਓ।
ਅਗਲਾ ਨੁਕਸ ਦੂਰ ਕਰ ਦੂਗਾ, ਅਪਰੂਵ ਦੇ ਦੋ। ਪਰ ਇੰਨਾ ਇਹ ਸੌਖਾ ਕਿੱਥੇ ਅਪਰੂਵਲ ਦੇ। ਜ਼ਮਾਨਾ ਸਭ ਕੁਝ ਆਨਲਾਈਨ ਹੋ ਜਾਣ। ਜਿਹੜੇ ਫੋਰਨ ਕੰਟਰੀ, ਜੇ ਮੈਂ ਕੈਨੇਡਾ ਦੀ ਜੇ ਗੱਲ ਕਰਾਂ, ਮੈਂ ਜਾਣਾ ਰਹਿਣਾ ਵਿੱਚ ਉੱਥੇ ਮੰਨ ਲਓ ਤੁਸੀਂ ਆਪਣੇ ਘਰ ਵਿੱਚ ਕੁਝ ਕਰਨੀ ਆਲਟਰਨੇਸ਼ਨ, ਉਹਨਾਂ ਕੋਲ ਨਕਸ਼ਾ ਹੈਗਾ, ਉਹ ਕਹਿੰਦੇ ਜੀ ਆਹ ਏਦਾਂ ਨਹੀਂ ਏਦਾਂ ਕਰੋ, ਆਨਲਾਈਨ ਅਪਲਾਈ ਕਰੋ, ਜੋ ਉਹ ਕਰਕੇ ਉਹਨਾਂ ਦੀ ਫੀਸ ਜਮ੍ਹਾਂ ਕਰਾਓ, ਉਹਨਾਂ ਦਾ ਬੰਦਾ ਚੈੱਕ ਕਰਕੇ ਜਾਏਗਾ ਵੀ ਠੀਕ ਆ, ਆਪਣਾ ਬਣਾ ਲਓ ਤੁਸੀਂ। ਮਤਲਬ ਇਹੋ ਚੀਜ਼ ਇੱਥੇ ਕਿ ਹਰ ਚੀਜ਼ ਆਨਲਾਈਨ ਹੋਵੇ, ਕਿਤੇ ਜਾਣੇ ਦੀ ਜ਼ਰੂਰਤ ਹੀ ਨਹੀਂ ਹੈਗੀ, ਜਿਵੇਂ ਇਨਕਮ ਟੈਕਸ ਦਾ ਹੈਗਾ। ਉੱਥੇ ਵੀ ਬਿਲਡਿੰਗ ਇੰਸਪੈਕਟਰ ਹੈ ਕੈਨੇਡਾ ਚ ਤੁਹਾਡੇ, ਉੱਥੇ ਵੀ ਹਿੰਦੁਸਤਾਨੀ ਲੱਗ ਗਏ ਹੈ, ਉੱਥੇ ਵੀ ਇਹੀ ਕੁਝ ਹੋਣ ਲੱਗ ਗਿਆ ਜੋ ਆਪਣੇ ਹੋ ਰਿਹਾ ਕੈਨੇਡਾ ਚ ਇਹੀ ਹੋਣ ਲੱਗ ਗਿਆ। ਦੇਖੋ ਉੱਥੇ ਫਰਕ ਕੀ ਹੈ, ਜਿਹੜੇ ਤੁਹਾਡੇ ਡਿਵੈਲਪਡ ਕੰਟਰੀਜ਼ ਹੈ, ਦੀਆਂ ਜਿਹੜੀਆਂ ਲੋਕਲ ਬੋਡੀ ਆਟੋਨੋਮਸ, ਹਾਂਜੀ, ਦੀਆਂ ਟਾਊਨਸ਼ਿਪ ਦੀਆਂ, ਉਹ ਲੋਕਾਂ ਚੋਂ ਵੀ ਬਣੀਆਂ ਹੋਈਆਂ, ਉਹ ਇੱਕ ਪੈਸਾ ਵੀ ਡੈਵੀਏਸ਼ਨ ਨਹੀਂ ਕਰਦੇ ਕਿ ਕਾਨੂੰਨ ਦੇ ਅਗੇਂਸਟ ਕੋਈ ਬਣਾ ਲਵੇ, ਕਿਉਂਕਿ ਉਹ ਵਾਜਿਬ ਬਣਦਾ ਹੈ, ਉੱਥੇ ਫਟ ਮਿਲ ਜਾਂਦੀ ਹੈ। ਸਾਡੇ ਨਕਸ਼ਾ ਪਾਸ ਕਰਾਉਣਾ ਦਾ ਸ਼ੁਰੂ ਤੋਂ ਹੀ ਪੈਸੇ ਸ਼ੁਰੂ ਹੋ ਜਾਂਦੇ, ਦੱਸੋ ਮੈਨੂੰ ਪੂਰੇ ਪੰਜਾਬ ਦੇ ਵਿੱਚ। ਇਹ ਜਦ ਇੱਥੇ ਇਲੀਗਲ ਕੰਸਟਰਕਸ਼ਨਸ ਹੋਣਗੀਆਂ, ਫਿਰ ਉਹ ਸਟਰਕਚਰ ਐਸਾ ਬਣ ਜਾਂਦਾ, ਉਹਨੂੰ ਪਰਮਿਸੇਬਲ ਕਰਨ ਲਈ ਅੱਖਾਂ ਮੀਚਣ ਲਈ ਪੈਸੇ ਲੈ। ਹੈਲੋ, ਹਾਂਜੀ ਹਾਂਜੀ, ਇੱਕ ਟਾਂਡਾ ਬੋਡੀ ਬਹੁਤ ਵਾਇਬ੍ਰੈਂਟ, ਹਾਂਜੀ, ਉਹਨਾਂ ਦੀਆਂ ਵਾਇਬ੍ਰੈਂਟ ਹੈ ਜੀ ਬਹੁਤ ਜ਼ਿਆਦਾ। ਜਿਹੜੀ ਲੋਕਲ ਬੋਡੀਜ਼, ਉਹਨਾਂ ਦੀ ਕਾਊਂਟੀ ਦਾ ਸਿਸਟਮ ਹੈ, ਉੱਥੇ ਗਵਰਨਮੈਂਟ ਦੀ ਕੋਈ ਇੰਟਰਫੀਰੈਂਸ ਨਹੀਂ ਹੈ। ਤੁਸੀਂ ਇੰਗਲੈਂਡ ਦੀ ਜਾ ਕੇ ਸਿਸਟਮ ਚੈੱਕ ਕਰ ਲਓ, ਉਹ ਜੋ ਮੇਅਰ ਕਰ ਦਿੰਦਾ ਉਹੀ ਹੁੰਦਾ, ਉਹਨਾਂ ਦੀ ਕੌਂਸਲ ਕਰਦੀ ਹੈ, ਫੈਸਲੇ ਕਰਦੀ ਹੈ ਕੌਂਸਲ, ਸਾਰਾ। ਸਾਡੇ ਤਾਂ ਇੱਥੇ ਮੇਅਰਾਂ ਕੋਲ ਪਾਵਰ ਹੀ ਕੋਈ ਨਹੀਂ ਹੈਗੀ, ਜੋ ਚਲਾਉਂਦਾ ਮੰਤਰੀ ਚਲਾਉਂਦਾ, ਮੇਅਰ ਕੁਝ ਵੀ ਨਹੀਂ ਕਰ ਸਕਦਾ। ਹਾਂਜੀ ਹਾਂਜੀ, ਮੇਅਰ ਤਾਂ ਇੱਥੇ ਪਾਵਰਲੈਸ ਹੈ, ਸਭ ਕੁਝ ਮੰਤਰੀ ਉੱਪਰੋਂ ਹੀ ਹੁੰਦਾ ਹੈਗਾ। ਜਿਹੜੀ ਸੈਂਟਰਲਾਈਜੇਸ਼ਨ ਪਾਵਰ ਆ, ਉਹਨੇ ਮਾਰੀ ਐਡਮਿਨਿਸਟ੍ਰੇਸ਼ਨ। ਟਾਂਡਾ ਸਾਹਿਬ, ਇਹ ਕੰਟਰੀ ਦੀ ਮੌਜ ਵੀ, ਤੁਸੀਂ ਪੈਸੇ ਖਰਚ ਕੋ, ਤੁਹਾਡੇ ਨਕਸ਼ੇ ਵੀ ਘਰ ਆ ਜਾਣਗੇ, ਸਭ ਕੁਝ ਘਰ ਆ ਜਾਣਗੇ। ਪੈਸੇ ਖਰਚਣੇ ਪੈਂਦੇ, ਫਿਰ ਕੀ ਹੋਇਆ, ਤੁਹਾਡਾ ਕੰਮ ਤਾਂ ਹੋ ਜਾਂਦਾ, ਤੁਹਾਡੇ ਘਰ ਹੀ ਸਰਵਿਸ ਦੇਣੇ ਲਈ ਤਿਆਰ ਹੈ ਬੰਦੇ, ਅਫਸਰ ਲੋਕ ਹੀ ਤਿਆਰ ਹੈਗੇ। ਇਸ ਬਾਰੇ ਕੀ ਕਹਿਣਾ ਚਾਹੁੰਦੇ? ਜਿਹੜਾ ਦੇ ਸਕਦਾ ਉਹ ਤਾਂ ਠੀਕ ਹੈ, ਜਿਹੜਾ ਨਹੀਂ ਦੇ ਸਕਦਾ, ਹਾਂ ਯੈਸ, ਉਹਦੇ ਲਈ ਬਹੁਤ ਨਹੀਂ ਦੇ ਸਕਦਾ। ਦੇਖੋ ਇਹ ਸਿਸਟਮ, ਹੁਣ ਇੱਥੇ ਕੋਈ ਸਿਸਟਮ ਨਹੀਂ ਹੈ, ਇੱਥੇ ਮੈਂ ਉਹਦੀ ਹੈ ਜਿਹਦੀ ਲਾਠੀ ਹੈ। ਹਾਂਜੀ ਹਾਂਜੀ, ਬਿਲਕੁਲ ਬਿਲਕੁਲ। ਜਿਹੜਾ ਜ਼ੋਰਾਵਰ ਹੈ ਉਹ ਚਲਾ ਹੀ ਜਾਂਦਾ। ਅੱਛਾ, ਇਹ ਹੁਣ ਅਖੀਰ ਵਿੱਚ ਦੱਸੋ, ਇਹ ਕੈਪਟਨ ਅਮਰਿੰਦਰ ਜੀ ਕਹਿੰਦੇ ਆ ਵੀ ਮੈਂ ਜਿਹੜਾ ਅਗਲੇ ਸਾਲ ਜਿਹੜਾ ਹੁਣ ਇਲੈਕਸ਼ਨ ਵਾਲਾ ਪ੍ਰੋਸੈਸ ਸ਼ੁਰੂ ਹੋ ਜਾਣਾ ਹੈਗਾ, ਉਹਦੇ ਤੋਂ ਪਹਿਲਾਂ ਮੈਂ ਉੱਪਰਲੇ ਪੰਜਾਂ ਵਿੱਚ ਆਏਗਾ, ਪੰਜਾਂ ਵਿੱਚ ਆ ਸਕੇਗਾ, ਜੇ ਕੀ ਕਰਨਾ ਪਏਗਾ ਪੰਜਾਂ 'ਚ ਲਿਆਉਣ ਲਈ, ਕਿ ਨਹੀਂ ਆਏਗਾ? ਪਹਿਲਾਂ ਤਾਂ ਇਹ ਦੱਸਣ ਕਿ 3.5 ਸਾਲ ਕੁੰਭਕਰਨ ਸੁੱਤਾ ਕਿਉਂ ਸੀ। ਜੇ ਹੁਣ 6 ਮਹੀਨਿਆਂ 'ਚ ਲਿਆ ਸਕਦੇ ਆ, ਪੰਜਾਂ 'ਚ ਮੰਨ ਲੈਂਦੇ ਆਪਾਂ ਸਾਡੇ ਮੁੱਖ ਮੰਤਰੀ ਸੱਚ ਬੋਲਦੇ ਆ, ਤਾਂ ਮੁੱਖ ਮੰਤਰੀ ਜੀ ਤੁਸੀਂ 3.5 ਸਾਲ ਕਿੱਥੇ ਸੀ? ਤੁਸੀਂ ਉਦੋਂ ਹੀ ਕੰਮ ਕਰਨਾ ਜਾਂ ਸਲਿੱਪ ਕਰ ਜਾਓਗੇ ਜਾਂ ਪਿੱਛੇ ਡਿੱਗ ਜਾਓਗੇ, ਉਦੋਂ ਹੀ ਉੱਠਣਾ। ਦੇਖੋ ਇੰਨਾ ਸੌਖਾ ਨਹੀਂ ਹੈ ਕਹਿਣਾ ਜੋ ਸੀਐਮ ਸਾਹਿਬ ਨੇ ਕਹਿਤਾ। ਸੀਐਮ ਸਾਹਿਬ ਨੂੰ ਰਿਲਾਈਜ਼ ਕਰਨਾ ਪਊਗਾ ਇਹਨਾਂ ਦੀ ਐਡਮਿਨਿਸਟ੍ਰੇਸ਼ਨ ਬਹੁਤ ਪੂਰ ਹੈ, ਮੁੱਖ ਮੰਤਰੀ ਜੀ ਦੀ ਗ੍ਰਿਪ ਨਹੀਂ ਹੈ। ਮੈਂ ਤਾਂ ਬਾਰ-ਬਾਰ ਕਹਿੰਦਾ ਇਹਨਾਂ ਦੀ ਗ੍ਰਿਪ ਨਹੀਂ ਹੈ ਐਡਮਿਨਿਸਟ੍ਰੇਸ਼ਨ, ਐਂਡ ਕਿਤੇ ਨਾ ਕਿਤੇ ਗਵਰਨਮੈਂਟ ਦੀ ਕਨਫਿਊਜ਼ਨ ਵੀ ਹੈ। ਜਿਹੜਾ ਪਾਵਰ ਸੈਂਟਰ ਬਾਰੇ ਬਹੁਤ ਕਨਫਿਊਜ਼ਨ ਹੈ, ਮਲਟੀਪਲ ਪਾਵਰ ਸੈਂਟਰਸ ਹੈ, ਐਂਡ ਉਹਦੇ ਕਰਕੇ ਐਡਮਿਨਿਸਟ੍ਰੇਸ਼ਨ ਨੂੰ ਬਹੁਤ ਵੱਡੀ ਢਾਹ ਲੱਗ ਰਹੀ। ਇਹ ਨਹੀਂ ਕਰ ਸਕਣਗੇ ਪਹਿਲੇ ਪੰਜਾਂ 'ਚ, they should forget it। ਇੱਕ ਟਾਂਡਾ ਸਾਹਿਬ ਆਖਰੀ ਸਵਾਲ ਆ, ਜਿਵੇਂ ਵਿਜੀਲੈਂਸ ਵੀ ਆ, ਹਰ ਇੱਕ ਜ਼ਿਲ੍ਹੇ ਵਿੱਚ ਹੈਗੇ ਆ ਵਿਜੀਲੈਂਸ ਦੇ ਆਫਿਸਰ, ਐਸਐਸਪੀ ਵਿਜੀਲੈਂਸ ਹੈਗੇ ਆ ਜਾਂ ਹੋਰ ਹੈਗੇ ਆ, ਚਲੋ ਐਕਟ ਵੀ ਬਣਿਆ ਕਰਪਸ਼ਨ ਵਿੱਚ, ਜੇ ਕੋਈ ਪੈਸੇ ਮੰਗਦਾ ਤੰਗ ਕਰਦਾ ਉਹਨਾਂ ਨੂੰ ਕਰੋ। ਲੋਕੀ ਇਹਨਾਂ ਨੂੰ ਕਿਉਂ ਨਹੀਂ ਅਪਰੋਚ ਕਰਦੇ ਹੈਗੇ? ਇਹਨਾਂ ਦਾ ਥੋੜ੍ਹੇ ਜਿਹੇ ਬੰਦੇ ਫੜ ਹੋਣ ਤੇ ਥੋੜ੍ਹਾ ਜਿਹਾ ਲੋਕਾਂ ਨੂੰ ਅਕਲ ਆ ਜਾਵੇ। ਪਹਿਲੀ ਗੱਲ ਤਾਂ ਭਰਜੀ ਗੱਲ ਸਮਝੋ, ਕਰਪਸ਼ਨ ਜੇ ਲੈਣ ਵਾਲਾ ਕਰਪਸ਼ਨ ਤੇ ਪੈਸੇ ਲੈਂਦਾ ਤਾਂ ਦੇਣ ਵਾਲਾ ਦਿੰਦਾ।
ਹਾਂ ਹਾਂਜੀ ਤੇ ਹਾਂਜੀ ਜਿਹੜੀ ਕਰਪਸ਼ਨ ਹੈ ਉਹਦੇ ਚ ਲੈਣ ਵਾਲੇ ਨੂੰ ਤੇ ਦੇਣ ਵਾਲੇ ਨੂੰ ਸੀਕ੍ਰੇਟ ਰੱਖਣ ਦਾ ਕਾਮਨ ਇੰਟਰਸਟ। ਇਹ ਤਾਂ ਜਦ ਕਿਤੇ ਕਿਸੇ ਨੂੰ ਜ਼ਿਆਦਾ ਹੀ ਤੰਗ ਕਰਨ ਲੱਗ ਜਾਂਦੇ ਆ, ਪੈਸੇ ਵੱਧ ਮੰਗਣ ਲੱਗ ਜਾਂਦੇ ਆ, ਤਾਂ ਉਹ ਕਿਤੇ ਜਾ ਕੇ ਪਹੁੰਚਦਾ ਹੈ। ਉਦੋਂ ਪਹੁੰਚਦਾ ਹੈਗਾ। ਜਿੰਨੇ ਆਫਿਸਰ ਜ਼ਿੰਮੇਵਾਰ ਹੈ ਕਰਪਸ਼ਨ ਕਰਨ ਦੇ ਜਾਂ ਮੁਲਾਜ਼ਮ ਹੈ, ਉਨੇ ਹੀ ਸਾਡੀ ਜਨਤਾ ਜ਼ਿੰਮੇਵਾਰ ਹੈ। ਅਸੀਂ ਵੀ ਨਹੀਂ ਚਾਹੁੰਦੇ ਕਿ ਅਸੀਂ ਪ੍ਰੋਸੀਜਰ ਫੋਲੋ ਕਰਕੇ ਕੰਮ ਕਰਾ ਲਈਏ। ਅਸੀਂ ਵੀ ਕਹਿੰਦੇ ਯਾਰ ਤੂੰ ਆਪਣੀ ਫੀਸ ਦੱਸ, ਯਾਰ ਮੇਰੇ ਤੋਂ ਆ ਕਰਾ ਅੰਗੂਠਾ ਲਵਾ, ਮੇਰਾ ਕੰਮ ਕਰ, ਫੀਸ ਦੱਸ। ਇਹ ਜਿਹੜਾ ਸਿਸਟਮ ਬਣ ਗਿਆ ਨਾ, ਫੀਸ ਦੱਸ, ਤੇਰੀ ਫੀਸ ਕਿੰਨੀ ਹੈ, ਇਹ ਅਸੀਂ ਖਰਾਬ ਕੀਤਾ ਹੋਇਆ। ਅਸੀਂ ਆਪ ਜ਼ਿੰਮੇਵਾਰ ਹਾਂ, ਅਸੀਂ ਸਿਟੀਜ਼ਨ ਜ਼ਿੰਮੇਵਾਰ ਹਾਂ ਕਰਪਸ਼ਨ ਦੇ। ਅਸੀਂ ਉਹਦੇ ਚੋਂ ਬਾਹਰ ਨਹੀਂ ਹੈ, ਸਾਡਾ ਵੀ ਰੋਲ ਹੈ। ਸੋ ਇਹ ਸਿਟੀਜ਼ਨ ਨੂੰ ਵੀ ਜਾਗਰੂਕ ਹੋਣਾ ਪਊਗਾ ਕਿ ਮੈਂ ਜਿੰਨਾ ਮਰਜ਼ੀ ਤੰਗ ਹੋ ਜਾਵਾਂ, ਮੈਂ ਪੈਸਾ ਨਹੀਂ ਦੇਣਾ। ਜੇ ਇਹ ਐਟੀਟਿਊਡ ਬਣਾਉਣਗੇ ਤਾਂ ਪੈਸੇ ਲੈਣ ਵਾਲੇ ਵੀ ਹਟ ਜਾਣਗੇ। ਉਹ ਪੈਸੇ ਲੈਣ ਵਾਲੇ ਠੀਕ ਹੈ ਤੰਗ ਕਰਦੇ ਆ, ਤੁਸੀਂ ਜਾਂਦੇ ਹੋ, ਤੁਹਾਨੂੰ ਨੁਕਸ ਕੱਢ ਦੇਣਗੇ, ਤੁਹਾਡੇ ਚ ਕੋਈ ਨਾ ਕੋਈ ਕੱਜ ਕੱਢ ਦੇਣਗੇ ਤਾਂ ਕਿ ਤੁਸੀਂ ਗੇੜੇ ਲੱਗਣ। ਤੇ ਜਦ ਤੁਸੀਂ ਗੇੜੇ ਲੱਗਦੇ ਆ, ਤੁਹਾਡੇ ਕੋਲ ਸਮਾਂ ਨਹੀਂ ਹੁੰਦਾ, ਤੂੰ ਕਹਿੰਦਾ ਗੇੜੇ ਨਾ ਕਢਾ ਯਾਰ, ਬੰਦਾ ਲੱਭੋ, 4 ਪੈਸੇ ਦਿਓ ਤੇ ਕੰਮ ਹੋ ਜਾਵੇ। ਉਹ ਐਟੀਟਿਊਡ ਹੈ ਜਿਹੜਾ ਉਹ ਬਣਿਆ ਹੋਇਆ, ਲੋਕਾਂ ਨੂੰ ਤੰਗ ਕਰਕੇ ਬਣਾਇਆ। ਜੇ ਲੋਕ ਪਬਲਿਕ ਕੰਟੈਕਟ ਬੰਦ ਹੋ ਜਾਊਗਾ, ਤੁਸੀਂ ਆਨਲਾਈਨ ਅਪਲਾਈ ਕਰਨਾ ਤੇ ਆਨਲਾਈਨ ਪਰਮਿਸ਼ਨ ਨਹੀਂ, ਜਾਂ ਕੰਟੈਕਟ ਖਤਮ ਹੋ ਜਾਊਗਾ, ਕਰਪਸ਼ਨ ਆਪੇ ਖਤਮ ਹੋ ਜਾਊ। ਇੱਕ ਆਖਰੀ ਸਵਾਲ, ਇੱਕ ਮੇਰਾ ਦੋਸਤ ਹੈ ਇੱਥੇ ਜਲੰਧਰ 'ਚ, ਉਹ NGO ਚਲਾਉਂਦਾ ਹੈਗਾ ਨਿਸ਼ਕਾਮ ਸੇਵਾ ਦੀ। ਉਹਨਾਂ ਨੇ ਕਿਸੇ MP ਨੂੰ ਬੁਲਾਇਆ, ਉਹ ਖੈਰ 5 ਲੱਖ ਅਨਾਊਂਸ ਕੀਤਾ ਸੀ, ਦੇ ਵੀ ਦਿੱਤਾ ਉਹਨਾਂ ਨੇ, ਤੇ ਉਹ ਆ ਗਏ DC ਆਫਿਸ ਪੈਸੇ। ਇਹ 2 ਸਾਲ ਹੋ ਗਏ, ਉਹ DC ਆਫਿਸ ਦਾ ਜਿਹੜਾ ਕਲਰਕ ਹੀ ਨਹੀਂ ਉਹਨਾਂ ਦੇ ਪੈਰ ਲੱਗਣ ਦਿੰਦਾ। ਮੈਨੂੰ 2-3 ਹਫ਼ਤੇ ਪਹਿਲਾਂ ਦੱਸਿਆ ਸੀ। ਤੇ ਉਹ ਹੁਣ ਪੈਸਾ ਅਨਾਊਂਸ ਵੀ ਹੋਇਆ, ਆਇਆ ਵੀ ਪਿਆ ਹੈਗਾ। ਕਹਿੰਦਾ ਜੀ ਵੀ ਉਹ ਹੁਣ ਓਬਵੀਅਸਲੀ, ਮੈਂ ਕਹਿੰਦਾ 7-8 ਵਾਰੀ ਕਹਿੰਦਾ ਮੈਂ ਤਾਂ ਇੱਕ ਧੇਲਾ ਤੁਹਾਨੂੰ ਪਤਾ ਦਿੰਦਾ ਨਹੀਂ ਹੈਗਾ, ਤੇ ਕਹਿੰਦਾ ਉਹ ਮੇਰੇ ਤੋਂ ਪੈਸੇ ਭਾਲਦਾ ਹੈਗਾ। ਕਹਿੰਦਾ ਜੀ ਮੈਨੂੰ ਪੈਸਾ ਮਿਲੇ ਚਾਹੇ ਨਾ ਮਿਲੇ, ਮੈਂ ਇੱਕ ਧੇਲਾ ਨਹੀਂ ਦੇਣਾ ਹੈਗਾ। ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਇਹ ਬਹੁਤ ਬੜੀ ਪ੍ਰੋਬਲਮ ਹੈ ਜੀ। ਇਹਦੇ ਚ ਮਲਟੀਪਲ ਪ੍ਰੋਬਲਮਸ ਹੈ, ਇਕੱਲਾ ਇਹੀ ਨਹੀਂ ਹੈ ਉਹ ਕਲਰਕ ਦਾ ਵੈਸਟਡ ਇੰਟਰਸਟ ਹੈ। ਹੋ ਸਕਦਾ ਟ੍ਰੇਜਰੀ ਪੈਸੇ ਹੀ ਨਾ ਹੋਣ। ਹੁਣ ਹੁੰਦਾ ਕੀ ਹੈ, ਮੈਂ ਤਾਂ ਆਪ ਗਵਰਨਮੈਂਟ 'ਚ ਰਿਹਾ, ਮੈਂ ਪੈਸੇ ਦੇਣੇ ਹੁੰਦੇ ਸੀ, ਸਾਡੇ ਪੈਸੇ ਰਿਲੀਜ਼ ਹੀ ਨਹੀਂ ਸੀ ਹੁੰਦੇ। ਐਂਡ 'ਚ ਜਾ ਕੇ ਆਣੇ ਫਰਵਰੀ ਦੇ ਵਿੱਚ ਕਹਿਣਾ ਜੀ ਹੁਣ ਲੈ ਲਓ, ਹੁਣ ਰਿਲੀਜ਼ ਹੋ ਜਾਣਗੇ, ਫਿਰ ਦੇਣੇ ਦਿੰਦੇ ਦਿੰਦੇ 27-28 ਮਾਰਚ ਹੋ ਜਾਂਦਾ ਸੀ, ਕਲੀਅਰ ਨਹੀਂ ਸੀ ਹੁੰਦਾ, ਮਗਰ ਪੈਣਾ ਪੈਂਦਾ ਸੀ। ਐਂਡ ਮੈਂ ਇਹਦੀ ਪੈਰਵੀ ਡੇਲੀ ਬੇਸਿਸ ਦੈਨ ਆਰਲੀ ਬੇਸਿਸ ਕਰਦਾ ਸੀ, ਫਿਰ ਵੀ ਮੇਰੇ 2-3 ਸਾਲ ਇਹਨਾਂ ਨੇ ਪੈਸੇ ਮਾਰਤੇ ਨਹੀਂ ਦਿੱਤੇ, ਉਹ ਲੈਪਸ ਹੋ ਗਏ। ਲੈਪਸ ਹੋ ਗਏ, ਲੋਕਾਂ ਨੂੰ ਪਹੁੰਚ ਨਹੀਂ ਹੋਏ, ਉਹ ਫਿਰ ਲੈਪਸ ਹੋ ਜਾਂਦੇ ਆ। ਮੇਰਾ ਵੀ ਰਾਈਟ ਗਿਆ ਦੇਣ ਦਾ, ਜਿਹਨੇ ਲੈਣਾ ਸੀ ਉਹਦਾ ਰਾਈਟ ਵੀ ਚਲੇ ਗਿਆ। ਹੁਣ ਕੀ ਹੈ ਕਿ ਟ੍ਰੇਜਰੀ ਬਹੁਤ ਸਟ੍ਰੈਸਡ ਹੈ, ਪੈਸੇ ਹੈ ਨਹੀਂ ਟ੍ਰੇਜਰੀ 'ਚ। ਹੁਣ ਇੱਕ ਚੈੱਕ ਕਲੀਅਰ ਕਰਨ ਨੂੰ ਉੱਤੋਂ ਡਾਇਰੈਕਟਰ ਟ੍ਰੇਜਰੀ ਟੈਲੀਫੋਨ ਕਰਦਾ ਕਿ ਆਹ ਕਲੀਅਰ ਕਰ ਦੋ, ਤਾਂ ਹੁੰਦਾ। ਬੈਲੈਂਸ ਕਰਦੇ ਆ ਟ੍ਰੇਜਰੀ ਨੂੰ ਮਿੰਟ ਟੂ ਮਿੰਟ। ਉਸ ਬੈਲੈਂਸਿੰਗ ਦੇ ਵਿੱਚ ਵੀ ਇਹ ਰੁਕਿਆ ਹੋ ਸਕਦਾ, ਜ਼ਰੂਰੀ ਨਹੀਂ ਹੈ ਇਹ ਪੈਸਾ ਕਿਸੇ ਨੇ ਵੈਸਟਡ ਇੰਟਰਸਟ ਨਾਲ ਰੁਕਿਆ ਹੋਵੇ। ਮਾਈਟ ਵੀ ਹਾਂਜੀ। ਇਹ ਦੇਖੋ ਜਿਹੜੀ ਫਾਈਨੈਂਸਿੰਗ ਹੈ ਨਾ, ਇਹ ਡੇਲੀ ਬੇਸ ਤੇ ਫਾਈਨੈਂਸਿੰਗ ਚੱਲਦੀ ਹੈ। ਟ੍ਰੇਜਰੀ ਡਿਪਾਰਟਮੈਂਟ ਡੇਲੀ ਕਰਦਾ ਮੈਨੇਜ, ਡੇਲੀ ਲੋਨ ਲਏ ਜਾਂਦੇ ਆ, ਬਿਡਿੰਗ ਹੁੰਦੀ ਹੈ ਰੋਜ਼ ਲੋਨ ਲਿਆ ਜਾਂਦਾ ਬੈਂਕਾਂ ਤੋਂ ਤੇ ਸਮਾਲ ਸੇਵਿੰਗਸ ਤੋਂ। ਜਿਹੜਾ ਡੈਟ ਹੈ ਜਿਹਨੂੰ ਕਹਿੰਦੇ ਆਪਾਂ, ਹੁਣ ਹੋ ਜਾਣਾ ਐਡਾ ਵੱਡਾ ਡੈਟ ਪੰਜਾਬ ਦਾ, ਉਹ ਕਰਜ਼ਾ ਐਕਚੁਅਲੀ ਲੋਕਾਂ ਨੂੰ ਪਤਾ ਹੀ ਨਹੀਂ ਉਹ ਕਰਜ਼ਾ ਕਾਹਦਾ ਹੈ। ਕਰਜ਼ਾ ਹੈਗਾ ਸਾਰਾ ਇੰਟਰਨਲ ਡੈਟ ਹੈ, ਪਬਲਿਕ ਮਨੀ ਹੈ, ਉਹਦਾ ਡੈਟ ਹੈ। ਉਹ ਡੈਟ ਹੈ ਜਿਹੜਾ, ਉਹ ਇਹ ਨਹੀਂ ਹੈ ਕਿ ਪੰਜਾਬ ਸਰਕਾਰ ਦੀ ਚੁਆਇਸ ਹੈ ਕਿ ਨਾ ਲਵੇ, ਉਹ ਇੱਕ ਤਰ੍ਹਾਂ ਮਜਬੂਰ ਕੀਤਾ ਹੋਇਆ ਸਟੇਟਸ ਨੂੰ ਕਿ ਕਰਜ਼ਾ ਲਓ। ਉਹ ਹੁਣ ਜਿਹੜੀਆਂ ਸਟ੍ਰੈਸ ਸਟੇਟਸ ਹੈ, ਉਹਨਾਂ ਨੇ ਕਰਜ਼ਾ ਤਾਂ ਲੈ ਲਿਆ, ਪਰ ਉਹਨਾਂ ਦੀ ਇਕਨੋਮੀ ਨਾਲ ਗਰੋ ਨਹੀਂ ਕੀਤੀ, ਟੈਕਸ ਸਟਰਕਚਰ ਗਰੋ ਨਹੀਂ ਕੀਤਾ। ਉਹ GDP ਦੀ ਰੇਸ਼ੋ ਦੇ ਵਿੱਚ ਟੈਕਸ ਡੈਟ ਵੱਧਦਾ ਜਾ ਰਿਹਾ। ਹੁਣ ਉਹਦੇ ਕਰਕੇ ਸਟੇਟਸ ਸਟ੍ਰੈਸ 'ਚ ਆਈਆਂ ਹੋਈਆਂ। ਹੁਣ ਪੰਜਾਬ ਸਟੇਟ ਤਾਂ ਬਹੁਤ ਵੱਡੇ ਸਟ੍ਰੈਸ 'ਚ, ਬਹੁਤ ਵੱਡੇ, ਕੇਰਲਾ ਵੀ ਹੈ, ਵੈਸਟ ਬੰਗਾਲ ਵੀ ਹੈ, ਸਾਰੀਆਂ ਸਟੇਟਸ ਆਰ ਇਨ ਬਿਗ ਸਟ੍ਰੈਸ। ਜੀ ਹਾਂਜੀ। ਸੋ ਟਾਂਡਾ ਸਾਹਿਬ, ਤੁਸੀਂ ਬਹੁਤ ਵਧੀਆ ਜਾਣਕਾਰੀ ਦਿੱਤੀ ਹੈਗੀ ਆ। ਇਹ ਲੋਕਾਂ ਨੂੰ ਵੀ ਅਲਰਟ ਹੋਣਾ ਪਏਗਾ। ਕੈਪਟਨ ਅਮਰਿੰਦਰ ਸਿੰਘ ਦੀ ਜ਼ਿੰਮੇਵਾਰੀ ਖਾਸ, ਜੇ ਉਹਨਾਂ ਨੇ ਪ੍ਰੋਮਿਸ ਕੀਤਾ ਵੀ ਮੈਂ ਅਗਲੇ ਸਾਲ ਉੱਪਰਲੇ 5 ਵਿੱਚ ਹੈਗਾ, ਤੇ ਜਿਹੜਾ ਸਾਡੇ ਜਿਹੜੀ ਕਰਪਸ਼ਨ ਆ ਜਾਂ ਹੋਰ ਜਿਹੜੀਆਂ ਹੇਰਾਫੇਰੀਆਂ ਹੁੰਦੀਆਂ ਹੈਗੀਆਂ, ਇਹ ਸਾਰੀਆਂ ਸਿਸਟਮ ਵਿੱਚੋਂ ਐਲੀਮੀਨੇਟ ਕਰਕੇ ਜਿੰਨੀ ਪੋਸੀਬਲ ਹੋਵੇ ਟਰਾਂਸਪੇਰੈਂਟ ਐਡਮਿਨਿਸਟ੍ਰੇਸ਼ਨ ਦੇਣੀ ਚਾਹੀਦੀ ਹੈਗੀ, ਤਾਂ ਕਿ ਇੰਡਸਟਰੀ, ਟ੍ਰੇਡ, ਕਮਰਸ ਵਧੀਆ ਤਰੀਕੇ ਨਾਲ ਚੱਲ ਸਕੇ। ਟਾਂਡਾ ਸਾਹਿਬ, ਤੁਸੀਂ ਸਾਡੇ ਨਾਲ ਜੁੜੇ, ਬਹੁਤ ਬਹੁਤ ਮਿਹਰਬਾਨੀ, ਧੰਨਵਾਦ, ਥੈਂਕ ਯੂ ਵੈਰੀ ਮਚ ਜੀ। ਥੈਂਕ ਯੂ ਸਰ, ਜੈ ਹਿੰਦ। ਥੈਂਕ ਯੂ।